श्री हरि राय नमो कर जोरी नमो कर जोरी। श्री हरि कृष्ण नाम बहुरी तेग बहादुर परम कृपाला जी परम कृपाला। श्री गुरु गोबिंद सिंह बिसाला तारा पर पुन पुन सीसा वाहिगुरु पुन पुन सीसा। बंदों बार बार जगदीश एक ओंकार सतगुरु देह प्रसाद सच हो। वाहिगुरु जी की फतेह है विघ्न विनाशन सोए। जिसमें अमृत ज्ञान है मानक भगत गुरु ग्रंथ साहिब उदध बंदों कार्य अनुराग। कहाँ बुद्ध प्रभु तुच्छ हमारी वर्ण सकै महिमा जो तिहारी। हम ना सकत कर सिफत तुम्हारी आप ले हो तुम कथा सुधारी। हम ना सकत कर सिफत तुम्हारी आप ले हो तुम कथा सुधारी। सतनाम श्री वाहिगुरु साहिब जी। दोहरा परियो जंग गाडा महा बजियो सार सो सार। असव जवान जुग औरत जूझे तहाँ अपार। वाहिगुरु जी का खालसा वाहिगुरु जी की फतेह। परम सन्मान जो गुरु की साजी नवाजी गुरु रूप गुरु खालसा साध संगत जीओ। जिनके भाग बड़े हैं भाई तिन साधु संग मुख जुरे। आप जी अत्यंत बड़भागे हो। गुरु की पावन पवित्र हजूरी जिस सुभाएमान हो के सोदा रहरास साहब जी दे पाठ गुरबाणी दे कीर्तन हरि जास सरवण कीते ਹਨ। उपरंत गुरु घर दे महान विद्वान सत्कारयोग ਗਿਆਨੀ ਮਨਜੀਤ ਸਿੰਘ जी ਦੀ ਰਸਨਾ ਤੋਂ सतगुरु कलगीधर पातशाह पंथ दे वाली सतगुरां दा पावन इतिहास सरवण कीता है। सत्कारयोग ਗਿਆਨੀ सोहन सिंह जी सीतल ने एक बड़े कमाल दा बचन लिखिया है। वो कहंदे खालसा पंथ विच मुढ़ तो ही पुरातन सिंह 18वीं सदी दे सिंह 17वीं सदी दे सिंह यानी 6वें पातशाह तो ही लैके 10वें पातशाह तक का समा ते 10वें पातशाह जी तो लैके शेरे पंजाब महाराजा रणजीत सिंह जी दे राज का समा। कहते उस वेले हर एक सिख का एक सुपना सी एक फुरना सी राज करेगा खालसा आकी रहे ना कोई। साड़ियाँ पुरातन जिन्नियां भी लिखतां हन भावें वो श्री गुरु प्रताप सूरज ग्रंथ है भावें श्री गुरु पंथ प्रकाश ग्रंथ है भावें साडे रहतनामे हन। इत्थों तक भी जिहड़ियां साड़ियां गुरु नानक देव साहब जी महाराज दीयां पावन जन्म साखियां भी हन उन्हां विचों भी ये संकेत मिलते हैं। गुरु नानक देव जी महाराज ने काजी रुकनदीन नूं मक्के जो बचन कहे जन्म साखियां विच अंकित हैं। सुनो काजी रुकनदीन सिंह करेंगे राज। ते मक्के विच काजी रुकनदीन नाल जिहड़े गुरु साहब दे बचन होए जो महाराज ने आउण वाले समय की वारता दसी ਉਹਦੇ ਵਿੱਚ भी लिखिया फरमाया सुनो काजी रुकन दीन सिंह करेंगे राज
ਮਲੇਸ਼ ਸੇਖ ਸਭ ਨਿਵੇਂਗੇ, ਪੀਰ ਮੁਰੀਦ ਸਾਹਿਬ। ਕਹਿੰਦੇ ਜਿਹੜੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਹਨ, ਰਾਜੇ ਮਹਾਰਾਜੇ ਮੀਰ ਅਮੀਰ ਸਭ ਖਾਲਸੇ ਦੇ ਅੱਗੇ ਝੁਕ ਜਾਣਗੇ। ਤੇ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਪੀਰੀ ਦੇ ਨਾਲ ਮੀਰੀ ਦਾ ਸੰਬੰਧ ਜੋੜਿਆ। ਦੋ ਤਲਵਾਰੀ ਬੱਧੀਆਂ, ਇੱਕ ਪੀਰੀ ਦੀ ਇੱਕ ਮੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਦੋਵੇਂ ਸ਼ਕਤੀਆਂ ਭਗਤੀ ਸ਼ਕਤੀ ਸ਼ਾਂਤੀ ਕ੍ਰਾਂਤੀ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਦਿੱਤੀਆਂ। ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ, ਜਿੱਥੇ ਬਹਿ ਕੇ ਅਕਾਲ ਪੁਰਖ ਦੀ ਸਿਫਤ ਸਲਾਘਾ ਪ੍ਰੇਮਾ ਭਗਤੀ ਕੀਰਤਨ ਕਥਾ ਹਰੀ ਜਾਸ ਹੁੰਦਾ ਹੈ, ਉੱਥੇ ਸ੍ਰੀ ਅਕਾਲ ਤਖਤ ਸਾਹਿਬ ਸ਼ਕਤੀ ਦਾ ਕੇਂਦਰ ਹੈ। ਅਕਾਲ ਤਖਤ ਸਾਹਿਬ ਤੇ ਬਹਿ ਕੇ ਗੁਰਬਾਣੀ ਦਾ ਕੀਰਤਨ ਵੀ ਕਰੋ ਤੇ ਨਾਲ ਨਾਲ ਵੀਰ ਰਸ ਵਿੱਚ ਢਾਡੀਆਂ ਦੀਆਂ ਵਾਰਾਂ ਵੀ ਸੁਣੋ। ਉੱਥੇ ਅਕਾਲ ਤਖਤ ਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਹੈ। ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਉਹਨਾਂ ਦੇ ਚਰਨਾਂ ਵਿੱਚ ਇੱਕ ਸ੍ਰੀ ਸਾਹਿਬ ਤਲਵਾਰ ਇਸ ਕਰਕੇ ਰੱਖੀ ਹੋਈ ਹੈ ਕਿ ਲੋਕਾਂ ਨੂੰ, ਸਾਨੂੰ, ਸਾਰੀ ਦੁਨੀਆ ਨੂੰ ਇਹ ਗਿਆਨ ਮਿਲੇ ਵੀ ਖਾਲਸੇ ਦੀ ਜਿਹੜੀ ਸ਼ਕਤੀ ਹੈ ਉਹ ਭਗਤੀ ਦੇ ਅਧੀਨ ਹੈ। ਸ਼ਕਤੀ ਦਾ ਪ੍ਰਤੀਕ ਸ੍ਰੀ ਸਾਹਿਬ ਹੈ, ਭਗਤੀ ਦਾ ਪੁੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਉਹਨਾਂ ਦੇ ਚਰਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਸਾਹਿਬ ਥੱਲੇ ਹੈ ਤੇ ਪਾਲ ਮੰਜੇ ਸਾਹਿਬ ਦੇ ਉੱਤੇ, ਪਲੰਘੇ ਦੇ ਉੱਤੇ, ਪੀੜੇ ਸਾਹਿਬ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਤੋਂ ਉਲਟਾ ਹੈ। ਸ਼ਸਤਰ ਉੱਚੀ ਥਾਂ ਤੇ ਪਾਲਕੀ ਸਾਹਿਬ ਦੇ ਤਖਤ ਦੇ ਉੱਤੇ ਬਿਰਾਜਮਾਨ ਹਨ ਤੇ ਥੋੜਾ ਜਿਹਾ ਨਿਵਾਣ ਰੱਖ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਰੇ ਤਖਤਾਂ ਤੇ ਹੁੰਦਾ। ਪਟਨਾ ਸਾਹਿਬ ਵੀ ਇਸੇ ਤਰ੍ਹਾਂ ਹੀ ਹੈ। ਹਜੂਰ ਸਾਹਿਬ ਤਾਂ ਆਪ ਜੀ ਦਰਸ਼ਨ ਕਰਦੇ ਹੀ ਹੋ ਵੀ ਬਾ ਕਮਾਲ ਹੀ ਸ਼ਕਤੀ ਦਾ ਸਰੂਪ ਸ਼ਸਤਰਾਂ ਦਾ ਤਖਤ ਦੇ ਉੱਤੇ ਬਿਰਾਜਮਾਨ ਹੈ। ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖਦੇ ਹੈ, ਤੀਖਤ ਹੈ ਚਾਰੋਂ ਔਰ ਘੋਰ ਰੂਪ ਕਾਲਕਾ ਕੋ। ਚਾਰੇ ਪਾਸਿਓਂ ਕਾਲਕਾ ਦਾ ਘੋਰ ਰੂਪ ਨਜ਼ਰ ਆਉਂਦਾ ਹੈ। ਦਿਖਤ ਹੈ ਚਾਰੋਂ ਔਰ ਘੋਰ ਰੂਪ ਕਾਲਕਾ ਕੋ, ਬੰਦਨਾ ਕਰਤ ਜੋਰ ਕਵੀ ਪਾਣ ਤਾਈ ਥਾਂ। ਮੈਂ ਦੋਵੇਂ ਹੱਥ ਜੋੜ ਕੇ ਉਸ ਤਖਤ ਨੂੰ ਨਮਸਕਾਰ ਕਰਦਾ ਹਾਂ। ਚਾਰੇ ਪਾਸਿਓਂ ਜਦੋਂ ਸਵੇਰੇ ਦਰਸ਼ਨ ਕਰੀਦੇ ਨਾ ਮਹਾਰਾਜ ਦੇ ਤਖਤ ਤੇ, ਤਾਂ ਉਸ ਵੇਲੇ ਵੀਰ ਰਸ ਦਾ ਹੁਲਾਰਾ ਸੁੱਤੇ ਸਿੱਧੀ ਆ ਜਾਂਦਾ। ਸੋ ਖਾਲਸੇ ਦੇ ਚਾਰੇ ਤਖਤ ਸਾਹਿਬਾਂ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਇਸ ਗੱਲ ਦਾ ਪ੍ਰਤੀਕ ਹੈ ਕਿ ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਜਾਂ ਤੇ ਸਰਬ ਖਾਲਸਾ ਸੁਨੀਐ, ਆਯੁਧ ਧਰਬੇ उत्तम गुनिय। जब हमरे दर्शन को आवो, बाण सुचेत तन शस्त्र सजाओ। ਇਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਦਾ ਰਹਿਤਨਾਮਾ ਖਾਲਸੇ ਨੂੰ ਦੱਸਿਆ ਹੋਇਆ। ਸੋ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕਰਕੇ ਭਗਤੀ ਨਾਲ ਸ਼ਕਤੀ ਦਾ, ਸ਼ਾਂਤੀ ਨਾਲ ਕ੍ਰਾਂਤੀ ਦਾ ਸਵੇਰ ਕਰਤਾ। ਉਸ ਦਿਨ ਤੋਂ ਹੀ ਰਾਜ ਦਾ ਸੁਪਨਾ ਸਿੱਖ ਲੈਣ ਲੱਗ ਪਏ। ਜਦੋਂ ਪਹਿਲੀ ਵਾਰ ਬਾਦਸ਼ਾਹ ਦਾ ਬਾਜ ਫੜ ਲਿਆ 6ਵੇਂ ਪਾਤਸ਼ਾਹ ਨੇ, ਵੀਰ ਸ਼ਿਕਾਰੀ ਬਾਜ ਲੈਣ ਵਾਸਤੇ ਪਿੱਛੇ ਪਿੱਛੇ ਆ ਗਏ। ਇੱਕ ਪਾਸੇ ਸ੍ਰੀ ਅੰਮ੍ਰਿਤਸਰ ਤੋਂ ਥੋੜੀ ਦੂਰ ਤੇ ਉਹ ਸਥਾਨ ਵਾਕਿਆ ਹੈ ਜਿੱਥੇ ਮਹਾਰਾਜ ਸ਼ਿਕਾਰ ਖੇਡਣ ਗਏ, ਦੁਪਹਿਰ ਨੂੰ ਬਿਰਾਜੇ ਸਨ। ਉਧਰੋਂ ਬਾਦਸ਼ਾਹ ਵੀ ਉੱਥੋਂ 5-7 ਮੀਲ ਦੀ ਵਿੱਥ ਦੇ ਉੱਤੇ ਸ਼ਿਕਾਰ ਖੇਡਣ ਆਇਆ ਹੋਇਆ ਸੀ। ਉਹਦਾ ਬਾਜ ਰੱਜਿਆ ਹੋਇਆ ਸੀ। ਕਵੀ ਜੀ ਨੇ ਲਿਖਿਆ ਹੈ, ਕਹਿੰਦੇ ਖੋਟਾ ਬੰਦਾ ਤੇ ਬਾਜ, ਇਹਨਾਂ ਦੀ ਇੱਕ ਭੈੜ ਹੈ, ਇਹਨਾਂ ਵਿੱਚ ਇੱਕ ਔਗਣ ਹੈ, ਖੋਟੇ ਬੰਦੇ 'ਚ ਵੀ ਤੇ ਬਾਜ ਵਿੱਚ ਵੀ। ਕਹਿੰਦੇ ਰੱਜੇ ਹੋਏ ਕੰਮ ਨਹੀਂ ਆਉਂਦੇ। ਖੋਟੇ ਬੰਦੇ ਨੂੰ
ਕੰਮ ਲੈਣਾ ਹੋਵੇ ਨਾ, ਉਹਨੂੰ ਭੁੱਖਾ ਰੱਖੋ ਤੇ ਕੰਮ ਦੇਗਾ। ਜਦੋਂ ਉਹਨੂੰ ਰੋਟੀ ਮਿਲ ਗਈ ਉਹ ਕੰਮ ਨਹੀਂ ਕਰੇਗਾ। ਖੋਟਾ ਬੰਦਾ ਰੱਜਿਆ ਹੋਇਆ ਕੰਮ ਨਹੀਂ ਆਉਂਦਾ। ਇਹ ਕੁਦਰਤੀ ਸੱਚਾਈ ਹੈ। ਹਰ ਮੁਲਕ ਵਿੱਚ, ਹਰ ਦੇਸ਼ ਵਿੱਚ, ਹਰ ਜਾਤੀ 'ਚ ਇੱਦਾਂ ਦੇ ਬੰਦੇ ਤੁਹਾਨੂੰ ਮਿਲਣਗੇ। ਜਦੋਂ ਉਹਨਾਂ ਦੀ ਜੇਬ ਵਿੱਚ 2-4 ਦਿਨ ਦਾ ਖਰਚਾ ਆ ਜਾਏ ਫਿਰ ਕੰਮ ਤੇ ਨਹੀਂ ਜਾਂਦੇ। ਜਦੋਂ ਲੋੜ ਹੋਵੇ ਉਦੋਂ ਕੰਮ ਤੇ ਜਾਣਾ। ਤੇ ਬਾਜ ਨੂੰ ਜੇ ਸ਼ਿਕਾਰ ਤੇ ਲੈ ਜਾਣਾ ਹੋਵੇ, ਰਾਤ ਨੂੰ ਕੁਝ ਨਾ ਖਵਾਓ, ਭੁੱਖਾ ਰੱਖੋ। ਸਵੇਰੇ ਬੜਾ ਵਧੀਆ ਸ਼ਿਕਾਰ ਖੇਡੇਗਾ। ਤੇ ਜੇ ਉਹਨੂੰ ਘਰੋਂ ਖਵਾ ਕੇ ਲੈ ਜਾਓ ਤੇ ਫਿਰ ਉਹ ਚੋਟ ਨਹੀਂ ਕਰਦਾ ਸ਼ਿਕਾਰ ਤੇ। ਬਾਜ ਉੱਡਿਆ ਸ਼ਿਕਾਰ ਦੇ ਪਿੱਛੇ, ਅੱਗੇ ਅੱਗੇ ਉਹਦਾ ਸ਼ਿਕਾਰ, ਪਿੱਛੇ ਪਿੱਛੇ ਬਾਜ ਚੋਲਾ ਮੋਲਾ ਹੀ ਕਰਦਾ ਰਿਹਾ, ਉਹਨੂੰ ਮਾਰਿਆ ਹੀ ਨਹੀਂ। ਸਤਿਗੁਰਾਂ ਦੇ ਚਰਨਾਂ 'ਚ ਆ ਗਿਆ। ਲੀਲਾ ਹੋਣੀ ਸੀ ਗੁਰੂ ਸਾਹਿਬ 6ਵੇਂ ਪਾਤਸ਼ਾਹ ਦੀ ਕੋਈ। ਮਹਾਰਾਜ ਨੂੰ ਸਿੱਖ ਕਹਿੰਦੇ, ਮਹਾਰਾਜ ਬਾਦਸ਼ਾਹ ਦਾ ਬਾਜ ਆ ਗਿਆ। ਮਹਾਰਾਜ ਕਹਿੰਦੇ ਆ ਗਿਆ ਤੇ ਕੋਈ ਗੱਲ ਨਹੀਂ, ਕੱਲ ਨੂੰ ਰਾਜ ਵੀ ਆ ਜਾਏਗਾ, ਤਾਜ ਵੀ ਆ ਜਾਏਗਾ। ਜਦੋਂ ਮੀਰ ਸ਼ਿਕਾਰੀ ਪਿੱਛੋਂ ਆਏ, ਕਹਿੰਦੇ ਸ਼ਾਹੀ ਬਾਜ ਤੁਹਾਡੇ ਕੋਲ ਆਇਆ, ਵਾਪਸ ਕਰ ਦਿਓ। ਸਤਿਗੁਰੂ ਕਹਿੰਦੇ ਅਸੀਂ ਲੈਣ ਤੇ ਨਹੀਂ ਗਏ, ਪਰ ਜਿਹੜਾ ਸਾਡੀ ਸ਼ਰਨ ਆ ਗਿਆ ਉਹ ਦੇਣਾ ਕੋਈ ਨਹੀਂ ਹੁਣ, ਭਾਵੇਂ ਜਿਹੜਾ ਮਰਜ਼ੀ ਹੋਵੇ। ਕਿਉਂਕਿ ਖਹਿ ਕੇ ਤੁਰਨਾ ਸੂਰਮੇ ਦਾ ਸੁਭਾਅ ਹੁੰਦਾ। ਉਹ ਸੂਰਮਾ ਹੀ ਕਾਹਦਾ ਜਿਹੜਾ ਸਰਕਾਰ ਨਾਲ ਖਹਿ ਕੇ ਨਾ ਤੁਰੇ। ਤੇ ਜੇ ਖਹਿ ਕੇ ਨਾ ਤੁਰੀਏ ਤੇ ਰਾਜ ਨਹੀਂ ਮਿਲਦੇ ਹੁੰਦੇ। ਹੱਥ ਜੋੜਿਆ ਕਹੂ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੋ ਲੈ। ਆਪਣੇ ਡੋਲਿਆਂ 'ਚ ਤਾਕਤ ਚਾਹੀਦੀ ਰਾਜ ਲੈਣਾ। ਤਾਂ ਭੀਖ ਮੰਗਿਆ, ਤਰਲੇ ਕੱਢਿਆ, ਕੋਈ ਰਾਜ ਨਹੀਂ ਦਿੰਦਾ। ਕਹੂ ਕਿਸੇ ਕੋ ਰਾਜ ਨਾ ਦੇ ਹੈ। ਮਹਾਰਾਜ ਕਹਿੰਦੇ ਬਾਜ ਸਾਡੀ ਸ਼ਰਨ ਆ ਗਿਆ, ਅਸੀਂ ਵਾਪਸ ਨਹੀਂ ਕਰਨਾ। ਕਹਿੰਦੇ ਬਾਦਸ਼ਾਹ ਦਾ ਬਾਜ ਹੈ। ਮਹਾਰਾਜ ਕਹਿੰਦੇ ਜਿਹਦਾ ਮਰਜ਼ੀ ਹੋਵੇ। ਹੁਣ ਗੁਰੂ ਨਾਨਕ ਦਾ, ਗੁਰੂ ਨਾਨਕ ਤੋਂ ਵੱਡਾ ਕੋਈ ਬਾਦਸ਼ਾਹ ਨਹੀਂ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਤੁਸੀਂ ਤੇ ਬਾਜ ਦੀ ਗੱਲ ਕਰਦੇ ਹੋ, ਤਾਜ ਰਾਜ ਬਾਜ ਸਭ ਲੈਣਾ ਅਸੀਂ। ਬਾਜ ਤਾਜ ਹਮਨੇ ਸਭ ਲੈਣਾ। ਅਜੇ ਤੇ ਬਾਜ ਹੀ ਆਇਆ, ਕੱਲ ਨੂੰ ਰਾਜ ਵੀ ਸਾਡੇ ਕੋਲ ਆਵੇਗਾ। ਇੱਕ ਜੋਤ ਜਗਾ ਦਿੱਤੀ ਸਿੱਖਾਂ ਦੇ ਹਿਰਦੇ ਵਿੱਚ 6ਵੇਂ ਪਾਤਸ਼ਾਹ ਨੇ। ਇਸੇ ਜੋਤ ਦੇ, ਇਸੇ ਨਿਸ਼ਚੇ ਦੇ ਨਾਲ 4 ਜੰਗਾਂ ਸਿੱਖਾਂ ਨੇ ਲੜੀਆਂ ਗੁਰੂ ਸਾਹਿਬ ਦੀ ਅਗਵਾਈ ਵਿੱਚ। ਹਰ ਵਾਰੀ ਬਾਦਸ਼ਾਹੀ ਫੌਜਾਂ ਨੂੰ ਭਾਜੜਾਂ ਪਾ ਦਿੱਤੀਆਂ। ਸ਼ਾਹਜਹਾਨ ਦੇ ਦੰਦ ਖੱਟੇ ਕਰਤੇ। ਅਖੀਰ ਬਾਦਸ਼ਾਹ ਹਾਰ ਕੇ ਬਹਿ ਗਿਆ ਸੀ ਵੀ ਗੁਰੂ ਕਿਆਂ ਨਾਲ ਜੰਗ ਜਿੱਤ ਨਹੀਂ ਮੈਂ ਸਕਦਾ। ਤੇ ਫਿਰ ਗੁਰੂ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ 17 ਸਾਲ ਗੁਰਤਾ ਗੱਦੀ ਤੇ ਰਹੇ। ਭਾਵੇਂ ਕੋਈ ਜੰਗ ਨਹੀਂ ਲੜਿਆ, ਪਰ ਸਿੱਖਾਂ ਦੇ ਅੰਦਰੋਂ ਰਾਜ ਦੀ ਜਿਹੜੀ ਚਿੰਗਾਰੀ ਮਹਾਰਾਜ ਨੇ ਪਾਈ ਸੀ ਉਹ ਬੁਝਣ ਨਹੀਂ ਦਿੱਤੀ। 2200 ਘੋੜ ਸਵਾਰ ਵੀ ਰੱਖੇ, ਸ਼ਸਤਰ ਵੀ ਰੱਖੇ, ਸ਼ਿਕਾਰ ਖੇਡਣ ਦੀ, ਜੰਗ ਯੁੱਧ ਦੀ ਤਿਆਰੀ ਰੱਖੀ ਵੀ ਕਿਸੇ ਵੇਲੇ ਵੀ ਲੋੜ ਪੈ ਸਕਦੀ ਹੈ, ਅਵੇਸਲੇ ਨਹੀਂ ਹੋਣਾ। 8ਵੇਂ 9ਵੇਂ ਪਾਤਸ਼ਾਹ ਦੇ ਸਮੇਂ ਵੀ ਅੰਦਰ ਖਾਤੇ ਉਹ ਤਿਆਰੀ ਜਾਰੀ ਰਹੀ। ਜਦੋਂ ਮਹਾਰਾਜ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਲਗੀਧਰ ਪਾਤਸ਼ਾਹ ਤਖਤ ਤੇ ਬੈਠੇ, ਆਪ ਜੀ ਨੇ ਮਹਿਸੂਸ ਕਰ ਲਿਆ ਸੀ। ਤਾਂ ਹੀ ਬਾਣੀ ਵਿੱਚ ਲਿਖਿਆ ਨਾ, ਬਲ ਹੋਆ ਬੰਧਨ ਛੁਟੇ, ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਆ ਜਿਹੜੀਆਂ ਜੰਜੀਰਾਂ ਪਈਆਂ ਨੇ ਬਲ ਨਾਲ ਹੀ ਟੁੱਟਣੀਆਂ ਨੇ। ਇਹਦੇ ਵਾਸਤੇ ਆਪਣਾ ਬਲ, ਆਪਣੀ ਸ਼ਕਤੀ ਆਪਣੇ ਅੰਦਰ ਪੈਦਾ ਕਰਨੀ ਪੈਣੀ ਹੈ ਤੇ ਉਹ ਅਕਾਲ ਪੁਰਖ ਦੀ ਭਗਤੀ ਵਿੱਚੋਂ ਸ਼ਕਤੀ ਪੈਦਾ ਹੋਣੀ। ਮਹਾਰਾਜ ਨੇ ਉਸੇ ਭਗਤੀ ਦੀ ਸ਼ਕਤੀ ਨਾਲ 5 ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸੇ ਦਾ ਰੂਪ ਦਿੱਤਾ। ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸਾ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੇ ਅੰਦਰ ਜਾਹੋ ਜਲਾਲ ਭਰਿਆ, ਇਹੋ ਜੀ ਸ਼ਕਤੀ ਭਰੀ। ਉਹ ਕੱਲਾ ਕੱਲਾ ਸਿੰਘ 1.25 ਲੱਖ ਨਾਲ ਲੜਨ ਦੇ ਬਰਾਬਰ ਹੋ ਗਿਆ। ਚਮਕੌਰ ਦੀ ਗੜੀ ਦਾ ਜੰਗ ਦੁਨੀਆ ਵਿੱਚ ਉਹਦੀ ਕੋਈ ਮਿਸਾਲ ਨਹੀਂ।
सवा लाख से एक लड़ाऊं तबै गोविंद सिंह नाम कहाऊं गिदड़ों से मैं शेर बनाऊं सवा लाख से एक लड़ाऊं इन गरीब सिखन को देहूं पातशाही ये याद करें हमरी गुरियाई इन्हां गरीबां निमाणिਆਂ ਨਿਤਾਣਿਆਂ ਲਤਾੜਿਆਂ ਪਛਾੜਿਆਂ ਲੋਕਾਂ ਨੂੰ ਮੈਂ ਬਾਦਸ਼ਾਹੀਆਂ ਦਿਆਂਗਾ सरदारियां देंगा जिनकी जात गोत कुल माही सरदारी भी नहीं कदाई उन्हीं को सरदार बनाऊं तबै गोबिंद सिंह नाम कहाऊं 14 जंगां लड़ियां जालम सरकार दे नाल दंद खट्टे कर दिते औरंगजेब दीयां फौजां दे सूबियां दे पहाड़ी राजियां दे किसे नूं भी सच्चे पातशाह महाराज ने अपने सामने ठहरन नहीं दिता। कवि राज भाई संतोख सिंह जी ने लिखा श्री गुरु गोबिंद सिंह रचो युद्ध को बाजार ऐसो कहते जिवें कोई मार्केट लाई हुंदी है ना किसी ने कलगीधर ने युद्ध की मार्केट लाती युद्ध का बाजार रच दिता बड़े बड़े सूरमे योधे उत्थे आए बाबा बचित्र सिंह वर्गे भाई आलम सिंह वर्गे भाई मोहकम सिंह वर्गे जिन्हां ने वैरियां दे दंद खट्टे कीते अखीर 10वें पातशाह महाराज अपना परिवार वार के क्योंकि जिन्ना चिर साहिबजादियां दी शहादत नहीं सी हुंदी उन्ना चिर इस जोत दी लाट पूरी तरह लटालट बाल नहीं सी सकदी। आखो सतनाम श्री वाहिगुरू। ਇਹ क्रांति पिछे सब तो वड्डा जिहड़ा योगदान है वह साहिबजादियां दी शहादतां दा है। बच्चा बच्चा पंजाब दा हिंदुस्तान का मुगल हुकूमत के विरोध च खड़ा हो गया। धन बाबा जोरावर सिंह धन बाबा फतेह सिंह की शहादत नाल जदों पहुंचे बंदे दे डेरे बंदे बहादुर ते किरपा कीती बेर दी निगाह पाई जीवन बदल दिता सोच बदल दी विचार बदल दिते कायरता बुझदिली कढ़ के वीर रस का संचार कर दिता। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੁਤੋ ਸਰਪ ਬੈ ਪਹਿਲੇ ਕਾਲਾ ਗੁਰਬਚ ਪੰਖ ਲਗਾਏ ਕਹਿੰਦੇ ਬੰਦਾ ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਦਾ ਮਾਲਕ ਪਹਿਲਾਂ ਹੀ ਸੀ ਪਹਿਲਾਂ ਹੀ ਉਹ ਕਾਲਾ ਨਾਗ ਸੀ ਫਨੀਅਰ ਕੋਬਰਾ ਸੀ ਕਲਗੀਧਰ ਦੇ ਬਚਨਾਂ ਨੇ ਖੰਭ ਲਾ ਦਿੱਤੇ ਇਹੋ ਜੀ ਸ਼ਕਤੀ ਇਹੋ ਜਿਹਾ ਬਲ ਭਰ ਦਿੱਤਾ ਬੰਦੇ ਨੂੰ ਬੰਦਾ ਬਹਾਦਰ ਬਣਾ ਕੇ बाबा विनोद सिंह जी बाबा कान सिंह जी बाबा रण सिंह जी बाबा बाज सिंह जी बाबा राम सिंह जी 5 प्यारे निशान साहब ते नगारा दे के पंथ की अगवाई विच भेज दिता जा दुष्टां जालमां नूं सोधे ला दे 25 ਸਿੰਘਾਂ ਦਾ जथा नाल भेजिया। उस वेले कविराज भाई संतोख सिंह जी लिखते ने दुनिया हैरान सी कौन जाने देंगे पातशाह तो उल्टाए के कौन जानता सी आ मुट्ठी भर लोग जेड़े के घरां विच काम करन वाले हैं कोई हल वाहण वाला है कोई दुकान करन वाला है कोई दिहाड़ी दप्पा करन वाला है कोई तरखाने का काम करता कोई लुहारे का काम करता इकट्ठे कीते जट बूट चीवर तरखाना ਉਹ ਕੀ ਜਾਣਨ ਤੇਗ ਨੂੰ ਹੱਥ ਕੀਕੂ ਪਾਣਾ। ਪਹਾੜੀ ਰਾਜੇ ਕਹਿੰਦੇ ਸੀ ਇਹ ਗੱਲ ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਉਹ ਜਾਤਾਂ ਦੇ ਲੋਕ ਇਕੱਠੇ ਕੀਤੇ ਜਿਨ੍ਹਾਂ ਨੇ ਕਦੀ ਡੰਡਾ ਵੀ ਨਹੀਂ ਫੜਿਆ। ਭਾਈ ਦਇਆ ਸਿੰਘ ਦਾ ਵੀ ਬਿਆਨ ਸੀ ਕਾਮ ਹਮਾਰਾ ਤੋਲਣ ਤਕੜੀ ਨੰਗੀ ਕਰਦ ਕभी नहीं पकड़ी चिड़ी उड़े डर से मर जाऊं मुगलन से कैसे लड़ पाऊं। पता नहीं केड़ी शक्ति का संचार किया वो मुट्ठी भर ਸਿੰਘਾਂ ने तख्त उल्टा के रख दिते। बाबे बंदे बहादुर नूं महाराज ने ऐसा बन किथे 25 बंदे वो दखन रेड़ तो तुरे ते किते लख हजारां दा काफिला पंजाब विच दलां दे दल तैयार हो गए। सब तो पहला कैथल का इलाका समाणे का इलाका सढौरे का इलाका गपूरी का इलाका छत बनूड़ अंबाला ये सारे मुगलों के ठाणे मुस्तफाबाद ये सारे फतेह कीते। जो सारी कथा साध संगत जी सुननी होवे पंथ प्रकाश विचों आप जी सुन सकते किद्दां बाबे बंदे बहादुर ने खालसे पंथ ने ये सारे मोर्चे फतेह कर लए
ਫਿਰ ਸਰਹੰਦ ਨੂੰ ਘੇਰਾ ਪਾਇਆ, ਕਿਉਂਕਿ ਖਾਲਸੇ ਦਾ ਪਹਿਲਾ ਰਾਜ ਜਿਹੜਾ ਕਾਇਮ ਹੋਇਆ ਉਹਦੀ ਆਪਾਂ ਯਾਦ ਮਨਾ ਰਹੇ ਹਾਂ। ਪਹਿਲਾਂ ਬਾਬੇ ਬੰਦੇ ਬਹਾਦਰ ਨੇ ਸਰਹੰਦ ਵਿੱਚ ਮੋਰਚਾ ਫਤਿਹ ਕੀਤਾ ਤੇ ਲੋਹਗੜ੍ਹ ਕਿਲਾ, ਅੱਜ ਵੀ ਉਹ ਸਾਧ ਸੰਗਤ ਜੀ ਕਿਲਾ ਸਿੱਖਾਂ ਨੂੰ ਉਡੀਕ ਰਿਹਾ ਵੀ ਕੋਈ ਆਏਗਾ ਤੇ ਮੇਰੀ ਸੇਵਾ ਕਰੇਗਾ। ਇੱਕ ਨਿਹੰਗ ਸਿੰਘ ਬਾਬਾ ਜੈਮਲ ਸਿੰਘ ਜੀ ਹਨ, ਇਸ ਵੇਲੇ 80 ਸਾਲ ਦੇ ਨੇੜੇ ਉਮਰ ਹੈ। 18-19 ਸਾਲ ਦੀ ਉਮਰ 'ਚ ਉੱਥੇ ਆਏ ਸੀਗੇ। ਕਦੀ ਤੁਸੀਂ ਜਾਓ, ਅੱਜ ਕੱਲ੍ਹ ਬਹੁਤੇ ਲੋਕ ਕਹਿੰਦੇ ਨਿਹੰਗਾਂ ਨੇ ਕੀਤਾ ਕੀ ਹੈ। ਉਹ ਵੀ ਸਾਡੇ ਵਿੱਚ ਹੀ ਹੁੰਦੇ ਨੇ ਜਿਹੜੇ ਇਹ ਗੱਲਾਂ ਕਰਦੇ ਆ, ਤੇ ਮੈਂ ਉਹਨਾਂ ਨੂੰ ਦੱਸਾਂ ਵੀ ਜੋ ਪੁਰਾਤਨ ਸਾਹਿਤ, ਪੁਰਾਤਨ ਗ੍ਰੰਥ, ਪੁਰਾਤਨ ਮਰਜ਼ਾਦਾ ਨਿਹੰਗਾਂ ਸਿੰਘਾਂ ਨੇ ਸਾਂਭੀ, ਹੋਰ ਨਹੀਂ ਕਿਸੇ ਨੇ ਸਾਂਭੀ। ਜਿਹਨੂੰ ਗੁੱਸਾ ਲੱਗਦਾ ਲੱਗੀ ਜਾਵੇ, ਪਰ ਜਿਹੜੀਆਂ ਗੱਲਾਂ ਬੇਬੁਨਿਆਦ ਨੇ ਉਹ ਕਰਨੀਆਂ ਨਹੀਂ ਚਾਹੀਦੀਆਂ। ਖਾਲਸਾ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਸਿੰਘ ਦੀ ਕੁਰਬਾਨੀ ਵੇਖ ਲਓ। ਅੱਜ ਵੀ ਤੁਸੀਂ ਚਲੇ ਜਾਓ, ਅੱਜ ਤੋਂ 20 ਸਾਲ ਪਹਿਲਾਂ, 15 ਸਾਲ ਪਹਿਲਾਂ ਉਹ ਦੀਵਾ ਬਾਲ ਕੇ ਪ੍ਰਕਾਸ਼ ਕਰਦਾ ਸੀ। ਉਸ ਕਿਲੇ ਦੇ ਥੱਲੇ, ਕਿਲਾ ਦਾ ਪਹਾੜ ਦੀ ਚੋਟੀ ਦੇ ਉੱਤੇ ਹੈ, ਰੋਜ਼ ਚੜ੍ਹਨਾ ਲੈਣਾ ਬੜਾ ਔਖਾ ਹੈ, ਉੱਤੇ ਪ੍ਰਕਾਸ਼ ਨਹੀਂ ਹੋ ਸਕਦਾ, ਨਿਸ਼ਾਨ ਸਾਹਿਬ ਲੱਗਾ, ਪਰ ਥੱਲੇ ਉਹ ਸਿੰਘ 60 ਸਾਲ ਹੋ ਗਏ ਨੇ। ਕਹਿਣਾ ਸੌਖਾ, ਇੱਕ ਜਗ੍ਹਾ ਤੇ 60 ਸਾਲ ਕੋਈ ਰਹਿੰਦਾ ਨਹੀਂ। ਸਾਈਕਲ ਤੇ ਜਾਂਦਾ 18 ਕਿਲੋਮੀਟਰ ਰੋਜ਼, 18 ਕਿਲੋਮੀਟਰ ਜਾ ਕੇ ਕਪਾਲ ਮੋਚਨ ਗੁਰਦੁਆਰਿਓਂ ਪ੍ਰਸ਼ਾਦਾ ਛਕ ਕੇ ਫਿਰ ਉੱਥੇ ਆਉਂਦਾ। ਸਿਰਫ 15-20 ਫੁੱਟ ਦਾ ਕਮਰਾ ਜਿਹਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ। ਸਤਿਗੁਰੂ ਦਾ ਪ੍ਰਕਾਸ਼ ਸਵੇਰੇ ਕਰਦਾ, ਫਿਰ ਜਾ ਕੇ ਲੰਗਰ ਛਕਣ ਜਾਂਦਾ, ਫਿਰ ਆ ਕੇ ਉਹ ਫਿਰ ਸ਼ਾਮ ਨੂੰ ਸੁਖਾਸਨ ਕਰਦਾ। ਗੁਰੂ ਸਾਹਿਬ ਦੀ ਸੇਵਾ। ਆ ਜਿਹੜੇ ਉਸ ਕਿਲੇ ਦੇ ਨਾਂ ਤੇ ਪੈਸੇ ਇਕੱਠੇ ਕਰਦੇ, ਉਹ ਵੀ ਸੁਣ ਲੈਣ, ਮੈਂ ਮੀਡੀਆ ਰਾਹੀਂ ਕਹਿ ਰਿਹਾ। ਉਸ ਸਿੰਘ ਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ। ਬਾਹਰ ਆ ਕੇ ਦੱਸਦੇ ਅਸੀਂ ਲੋਹਗੜ੍ਹ ਵਾਸਤੇ ਆਹ ਕਰ ਰਹੇ ਹਾਂ, ਆਹ ਕਰ ਰਹੇ, ਉੱਥੇ ਕੁਝ ਨਹੀਂ ਕਰ ਰਹੇ। ਬਾਹਰ ਪ੍ਰਚਾਰ ਬੜਾ। ਜਿਹੜਾ ਅਸਲ ਸਥਾਨ ਸਿੰਘ ਨੇ ਸਾਂਭਿਆ ਹੋਇਆ 70 ਸਾਲ 60 ਸਾਲ ਤੋਂ ਕੱਲਾ ਸਿੰਘ ਸੇਵਾ ਕਰ ਰਿਹਾ, ਉਹ ਖਾਲਸੇ ਦੀ ਪਹਿਲੀ ਰਾਜਧਾਨੀ ਹੈ। ਆਖੋ ਸ੍ਰੀ ਵਾਹਿਗੁਰੂ। ਪਹਿਲੀ ਰਾਜਧਾਨੀ ਉੱਥੇ ਨਿਸ਼ਾਨ ਸਾਹਿਬ ਬਾਬਾ ਬੰਦਾ ਬਹਾਦਰ ਨੇ, ਲੋਹਗੜ੍ਹ ਪਹਿਲਾ ਨਾਮ ਦਾ ਮੁਖਲਿਸਗੜ੍ਹ ਸੀ। ਬਾਬਾ ਬੰਦਾ ਸਿੰਘ ਜੀ ਨੇ ਨਾਮ ਲੋਹਗੜ੍ਹ ਰੱਖਿਆ ਖਾਲਸੇ ਨੇ। ਉਸ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਜਲਾਇਆ ਤੇ ਸਰਹੰਦ ਨੂੰ ਰਾਜਧਾਨੀ ਨਹੀਂ ਬਣਾਇਆ, ਕਿਉਂਕਿ ਸਰਹੰਦ ਨੂੰ ਮਹਾਰਾਜ ਦਾ ਬਚਨ ਸੀ, ਗੁਰੂ ਮਾਰੀ। ਜਿਹੜੀ ਗੁਰੂ ਦੀ ਮਾਰੀ ਉਹਨੂੰ ਰਾਜਧਾਨੀ ਨਹੀਂ ਬਣਾਇਆ ਜਾ ਸਕਦਾ। ਖਾਲਸੇ ਨੇ ਲੋਹਗੜ੍ਹ ਨੂੰ ਰਾਜਧਾਨੀ ਬਣਾਇਆ। ਅੱਜ ਵੀ ਉਹ ਕਿਲਾ ਭਾਵੇਂ ਉਹਦੀਆਂ ਹੁਣ ਖੰਡਰ ਹੀ ਰਹਿ ਗਏ ਨੇ, ਨਿਸ਼ਾਨੀਆਂ ਮਾਮੂਲੀ ਰਹਿ ਗਈਆਂ ਨੇ। ਪਿੱਛੇ ਜੀ ਕਈ ਸੰਸਥਾਵਾਂ ਨੇ ਇਹ ਤੱਕ ਜ਼ਿਕਰ ਕੀਤਾ ਵੀ ਅਸੀਂ ਬਣਾਵਾਂਗੇ, ਪਰ ਅਜੇ ਤੱਕ ਸਾਰੀਆਂ ਗੱਲਾਂ ਵਿੱਚ ਵਿਚਾਲੇ ਹੀ ਨੇ, ਕਿਉਂਕਿ ਪੁਰਾਣਾ ਇਤਿਹਾਸ ਸਾਂਭਣਾ ਕਰਨਾ ਅਸੀਂ ਭੁੱਲਦੇ ਜਾ ਰਹੇ ਹਾਂ। ਸੋ ਰਹੋ ਵਿਚਾਰ। ਬਾਬਾ ਬੰਦਾ ਸਿੰਘ ਜੀ ਬਹਾਦਰ ਆਏ, ਉਹਨਾਂ ਨੇ ਕਿਸ ਤਰ੍ਹਾਂ ਸਰਹੰਦ ਫਤਿਹ ਕੀਤੀ, ਉਹਦਾ ਇੱਕ ਸੀਨ ਗਿਆਨੀ ਗਿਆਨ ਸਿੰਘ ਜੀ ਨੇ ਪੇਸ਼ ਕੀਤਾ ਪੰਥ ਪ੍ਰਕਾਸ਼ ਵਿੱਚੋਂ। ਹੁਕਮ ਹੋਇਆ ਸੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ ਜੀ ਇਸ ਘਰ ਦੇ, ਇਸ ਅਸਥਾਨ ਦੇ ਜੋ ਹੈੱਡ ਗ੍ਰੰਥੀ ਸਾਹਿਬ ਹਨ, ਅਤੇ ਸਾਡੇ ਵੀਰ ਜੀ ਭਾਈ ਜਸਵੀਰ ਸਿੰਘ ਜੀ ਹੋਰੀ 10-15 ਦਿਨ ਹੀ ਪਹਿਲਾਂ ਇੱਥੋਂ ਗਿਆ ਸੀ ਤੇ ਵਿਚਾਰ ਸੀ ਵੀ ਸਾਲ ਕੁ ਬਾਅਦ ਗੇੜਾ ਲੱਗੇਗਾ, ਪਰ ਸੰਗਤ ਦਾ ਹੁਕਮ ਇਹੋ ਜਿਹਾ ਹੋਇਆ ਵੀ 15 ਦਿਨਾਂ ਬਾਅਦ ਹੀ ਤੁਹਾਡੇ ਦਰਸ਼ਨ ਦੁਬਾਰਾ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਸਾਰੀ ਖੇਡ ਹੈ। ਆਓ ਹੁਣ ਉਹ ਜਿਵੇਂ ਖਾਲਸੇ ਦਾ ਰਾਜ, ਪਹਿਲਾ ਰਾਜ ਕਾਇਮ ਕੀਤਾ ਸੀ, ਉਹਦੀ ਕਥਾ ਸੁਣੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਰਿਓ ਜੰਗ ਗਾਡਾ ਮਹਾ, ਕਹਿੰਦੇ ਬੜਾ ਭਾਰੀ ਘਮਸਾਨ ਦਾ ਜੰਗ ਮਚ ਗਿਆ। ਬਾਬਾ ਬੰਦਾ ਸਿੰਘ ਬਹਾਦਰ ਚੱਪੜਚਿੜੀ ਦੇ ਮੈਦਾਨ 'ਚ ਖਾਲਸੇ ਦੀਆਂ ਫੌਜਾਂ ਲੈ ਕੇ ਪਹੁੰਚਿਆ। 4 ਤਰ੍ਹਾਂ ਦੀਆਂ ਫੌਜਾਂ ਲਿਖੀਆਂ ਨੇ ਇਤਿਹਾਸ ਵਿੱਚ। ਫੌਜ ਸੀ ਜਿਨ੍ਹਾਂ ਨੇ ਆਪਣਾ ਸੀਸ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਪਣ ਕੀਤਾ ਹੈ। ਜੀਵਨ ਮਰਨ ਗੁਰੂ ਦੇ ਨਾਲ ਹੈ, ਗੁਰੂ ਵਾਸਤੇ ਹੀ ਜੀਣਾ, ਗੁਰੂ ਵਾਸਤੇ ਹੀ ਮਰਨਾ। ਤਨ ਮਨ ਧਨ ਸਭ ਸੌਂਪ ਗੁਰ ਕੋ
ਹੁਕਮ ਮੰਨੇ ਪਾਈ ਹੈ। ਸਿਰਫ ਇੱਕੋ ਹੀ ਇਰਾਦਾ, ਇੱਕੋ ਹੀ ਖਿਆਲ ਹੈ ਕਿ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦਾ ਬਦਲਾ ਲੈਣਾ ਹੈ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦਾ ਬਦਲਾ ਲੈਣਾ ਹੈ। ਉਹ ਜਿਹੜੇ ਗੁਰੂ ਕੇ ਪਿਆਰੇ, ਗੁਰੂ ਕੇ ਲਾਲ, ਉਹਨਾਂ ਦੀ ਗਿਣਤੀ ਇਤਿਹਾਸ ਵਿੱਚ 7-8 ਹਜ਼ਾਰ ਦੱਸੀ ਹੈ। ਦੂਜੀ ਫੌਜ ਉਹ ਹੈ ਜਿਹੜੇ ਹਰਿਆਣੇ ਵਿੱਚੋਂ, ਪੰਜਾਬ ਵਿੱਚੋਂ, ਬਾਂਗਰ ਵਿੱਚੋਂ, ਮਾਲਵੇ ਵਿੱਚੋਂ ਲੋਕ ਇਸ ਇਰਾਦੇ ਨਾਲ ਸਿੰਘਾਂ ਦੇ ਨਾਲ ਲੜੇ ਨੇ ਵੀ ਜਦੋਂ ਸਰਹੰਦ ਜਾਵਾਂਗੇ ਸ਼ਹਿਰ ਲੁੱਟਾਂਗੇ, ਲੁੱਟ ਦਾ ਮਾਲ ਸਾਨੂੰ ਮਿਲੇਗਾ। ਬਾਬੇ ਬੰਦੇ ਬਹਾਦਰ ਨੇ ਉਹ ਵੀ ਨਾਲ ਲਏ ਸਨ, ਕਿਉਂਕਿ ਦੁਸ਼ਮਣ ਨੂੰ ਸਾਡੀ ਗਿਣਤੀ ਜ਼ਿਆਦਾ ਨਜ਼ਰ ਆਉਣੀ ਚਾਹੀਦੀ। ਇਹ ਵੀ ਬਾਬੇ ਨੂੰ ਪਤਾ ਸੀ ਵੀ ਇਹਨਾਂ ਨੇ ਰਣ ਚੋਂ ਭੱਜਣਾ ਵੀ ਹੈ, ਪਰ ਇੱਕ ਵਾਰੀ ਤਾਂ ਦੁਸ਼ਮਣ ਨੂੰ ਦਹਿਸ਼ਤ ਪਏਗੀ ਨਾ ਵੀ ਫੌਜ ਬੜੀ ਆ ਗਈ ਹੈ। ਤੀਸਰੀ ਫੌਜ ਸੀ ਮਹਾਰਾਜਾ ਪਟਿਆਲਾ, ਨਾਭਾ ਦੇ ਜਿਹੜੇ ਰਾਜੇ ਨੇ, ਇਹਨਾਂ ਦੇ ਵੱਡੇ ਸਨ ਸਰਦਾਰ ਤਰਲੋਕ ਸਿੰਘ ਤੇ ਰਾਮ ਸਿੰਘ। 10ਵੇਂ ਪਾਤਸ਼ਾਹ ਕੋਲੋਂ ਇਹਨਾਂ ਨੇ ਖੰਡੇ ਦਾ ਅੰਮ੍ਰਿਤ ਛਕਿਆ। ਉਹਨਾਂ ਦੇ ਪਿਤਾ ਜੀ ਬਾਬਾ ਫੂਲ ਜੀ ਨੇ ਗੁਰੂ ਹਰਾਏ ਸਾਹਿਬ ਤੋਂ ਵਰ ਲਿਆ ਸੀਗਾ। ਸੋ ਉਹ ਗੁਰੂ ਘਰ ਦੇ ਨਾਲ ਸੰਬੰਧਿਤ ਹੋਣ ਕਰਕੇ ਸਿੱਧੇ ਆਪ ਤਾਂ ਨਹੀਂ ਆਏ। ਫੌਜਾਂ ਉਹਨਾਂ ਨੇ ਭੇਜੀਆਂ, 2000 ਤਨਖਾਹ ਦੇ ਉੱਤੇ ਰੱਖੀਆਂ ਹੋਈਆਂ। ਤੇ ਚੌਥੀ ਫੌਜ ਸੀ ਸੁੱਚਾ ਨੰਦ, ਜਿਹੜਾ ਗੁਰੂ ਖਾਲਸੇ ਦਾ ਵੈਰੀ, ਸਾਹਿਬਜ਼ਾਦਿਆਂ ਦਾ ਕਾਤਲ। ਸੁੱਚਾ ਨੰਦ ਦਾ ਭਤੀਜਾ ਉਹ ਭੇਸ ਬਦਲ ਕੇ ਧੋਖੇ ਨਾਲ ਬਾਬੇ ਬੰਦੇ ਬਹਾਦਰ ਨਾਲ ਰਲਿਆ। ਇਹ ਕਹਿ ਕੇ ਰਲਿਆ ਵੀ ਬਾਬਾ ਜੀ ਮੈਂ ਆਪਣੇ ਚਾਚੇ ਤੋਂ ਆਪਣੀ ਪ੍ਰਾਪਰਟੀ ਲੈਣੀ ਹੈ, ਮੇਰੇ ਚਾਚੇ ਨੇ ਮੇਰੇ ਨਾਲ ਧੋਖੇ ਕੀਤੇ ਹੈ, ਮੈਂ ਬਦਲਾ ਲੈਣਾ ਹੈ। ਅੰਦਰ ਖਾਤੇ ਉਹਦਾ ਇਰਾਦਾ ਇਹ ਸੀ, ਉਹਦੀ ਡਿਊਟੀ ਲੱਗੀ ਸੀ ਸੂਬੇ ਵੱਲੋਂ ਵੀ ਜਦੋਂ ਬੰਦਾ ਬਹਾਦਰ ਮੈਦਾਨੇ ਜੰਗ ਚ ਉਤਰੇਗਾ ਤੁਸੀਂ ਉਹਦਾ ਕਤਲ ਕਰ ਦੇਣਾ, ਉਹਨੂੰ ਮਾਰ ਦੇਣਾ ਨਾਲ ਹੋ ਕੇ। ਬਾਬਾ ਬੰਦਾ ਸਿੰਘ ਨੇ ਉਹਨੂੰ ਆਉਂਦੇ ਨੂੰ ਆਖਿਆ ਬਈ ਜਿਹੋ ਜੀ ਤੇਰੀ ਮੁਰਾਦ ਹੋਏਗੀ ਨਾ ਉਹ ਜੀ ਪ੍ਰਮਾਤਮਾ ਪੂਰੀ ਕਰ ਦੇਗਾ, ਵੀ ਜੋ ਤੇਰੀ ਇੱਛਾ ਨਾ ਉਹ ਤੇਰੀ ਪੂਰੀ ਕਰੇਗਾ ਪ੍ਰਮਾਤਮਾ। ਕਹਿਣ ਦਾ ਮਤਲਬ ਸੀ ਵੀ ਤੈਨੂੰ, ਤੇਰੇ ਮਨ 'ਚ ਬੇਈਮਾਨੀ ਹੈ ਤੇ ਬੇਈਮਾਨੀ ਕਰਨ ਵਾਲੇ ਇਨਸਾਨ ਦੀ ਪ੍ਰਮਾਤਮਾ ਮਦਦ ਨਹੀਂ ਕਰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਸਭ ਤੋਂ ਪਹਿਲਾਂ ਜੰਗ ਦੇ ਵਿੱਚ ਭੱਜਿਆ ਵੀ ਉਹੀ ਸੀ। ਜਦੋਂ ਤੋਪਾਂ ਦੇ ਗੋਲੇ ਲਗਾਤਾਰ ਵਰੇ ਨਾ ਸੂਬੇ ਸਰਹੰਦ ਵੱਲੋਂ, ਸਭ ਤੋਂ ਪਹਿਲਾਂ ਸੁੱਚਾ ਨੰਦ ਦਾ ਭਤੀਜਾ ਦੌੜਿਆ ਆਪਣੀ ਫੌਜ ਬਚਾ ਕੇ। ਫਿਰ ਉਹ ਜਿਹੜੇ ਲੁਟੇਰੇ ਸੀ ਉਹ ਵੀ ਭੱਜ ਗਏ, ਤਨਖਾਹ ਵਾਲੇ ਵੀ ਭੱਜ ਗਏ। ਸਿਰਫ ਗੁਰੂ ਦਾ ਖਾਲਸਾ ਹੀ ਰਟਿਆ ਸੀ ਮੈਦਾਨੇ ਜੰਗ ਵਿੱਚ, ਜਿਨ੍ਹਾਂ ਨੇ ਮਰਨ ਕਰਿਓ ਸਿੰਘਨ ਪਰਵਾਨੇ, ਨਹਿ ਛੋੜੈ ਦੰਗੇ ਕੀ ਬਾਨੇ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਜਿਨ੍ਹਾਂ ਨੇ ਗੁਰੂ ਤੋਂ ਮੰਗੀ ਹੈ ਸ਼ਹੀਦੀ ਬਾਟਾ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਸੀਸ ਤੁਹਾਡੇ ਚਰਨਾਂ 'ਚ ਦੇਣੇ ਆ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਦੇ ਚਰਨਾਂ 'ਚ ਆਪਣਾ ਆਪ ਅਰਪਣ ਕਰਨਾ। ਉਹ ਗੁਰੂ ਕੇ ਲਾਲ ਉੱਥੇ ਖੜੇ ਸਨ। ਸੋ ਹੁਣ ਕਵੀ ਜੀ ਗਿਆਨੀ ਗਿਆਨ ਸਿੰਘ ਜੀ ਲਿਖ ਰਹੇ ਨੇ, ਪਰਿਓ ਜੰਗ ਗਾਢਾ ਮਹਾ, ਬੜਾ ਗਾੜਾ ਭਿਆਨਕ ਯੁੱਧ ਮਚ ਗਿਆ ਹੈ। ਬਜਿਓ ਸਾਰ ਸੋ ਸਾਰ, ਤੇ ਲੋਹੇ ਤੇ ਲੋਹਾ ਖੜਕ ਰਿਹਾ ਹੈ, ਢਾਲਾਂ ਤੇਗਾਂ ਖੜਕ ਰਹੀਆਂ ਨੇ, ਗੋਲੀਆਂ ਕਾੜ ਕਾੜ ਕਰ ਰਹੀਆਂ ਨੇ, ਤੀਰ ਛਾੜ ਛਾੜ ਕਰ ਰਹੇ ਨੇ। ਬੜਾ ਘਮਸਾਨ ਦਾ ਯੁੱਧ ਚੱਪੜ ਚਿੜੀ ਦੇ ਮੈਦਾਨ ਵਿੱਚ ਮਚ ਗਿਆ ਹੈ। ਅਸਵ ਜਵਾਨ ਜੁਗ ਔਰਤ, ਦੋਹਾਂ ਪਾਸਿਆਂ ਤੋਂ ਸੂਰਮੇ, ਦੋਹਾਂ ਪਾਸਿਆਂ ਦੇ ਯੋਧੇ ਘੋੜੇ ਮੈਦਾਨੇ ਜੰਗ ਵਿੱਚ ਸ਼ਹੀਦੀਆਂ ਪਾ ਰਹੇ ਨੇ। ਜੂਝੇ ਤਹਾਂ ਅਪਾਰ, ਹਜ਼ਾਰਾਂ ਜਵਾਨ ਮਰ ਗਏ ਨੇ, ਹਜ਼ਾਰਾਂ ਘੋੜੇ ਮਰ ਗਏ ਨੇ, ਲਹੂ ਦੀਆਂ ਨਦੀਆਂ ਵਗ ਰਹੀਆਂ ਨੇ। ਸਾਧ ਸੰਗਤ ਜੀ, ਚੱਪੜ ਚਿੜੀ ਦੇ ਨਾਲ ਪਿੰਡ ਹੈ, ਉਹਦਾ ਨਾਂ ਹੈ ਖੂਨੀ ਮਾਜਰਾ। ਕੇਵਲ 2 ਕਿਲੋਮੀਟਰ ਦਾ, 3 ਕਿਲੋਮੀਟਰ ਦਾ ਹੀ ਫਰਕ ਹੋਣਾ ਦੋਹਾਂ ਪਿੰਡਾਂ ਦਾ, ਨਾਲ ਹੀ ਨੇ। ਅੱਜ ਕੱਲ੍ਹ ਉੱਥੇ ਬੜੀ ਵੱਡੀ ਯਾਦਗਾਰ ਮਨਾਈ। ਅਸੀਂ ਉੱਥੇ ਜਾ ਕੇ ਪਿੰਡਾਂ 'ਚ, ਕਿਉਂਕਿ ਸਾਡੇ ਬਿਲਕੁਲ ਨਾਲ 15-20 ਕਿਲੋਮੀਟਰ, ਕਹਿ ਲਓ 30 ਕਿਲੋਮੀਟਰ ਸਾਥੋਂ ਦੂਰ ਹੈ, ਬਹੁਤਾ ਨਹੀਂ। ਉੱਥੇ ਜਦੋਂ ਪਤਾ ਕਰੀਦਾ ਉਹ ਕਹਿੰਦੇ ਵੀ ਖੂਨੀ ਮਾਜਰੇ ਦਾ ਮਤਲਬ ਇੱਥੇ ਖੂਨ ਹੀ ਖੂਨ ਸੀ ਧਰਤੀ ਤੇ। ਇੰਨਾ ਇੱਥੇ ਖੂਨ ਵਗਿਆ, ਇੰਨੇ ਜਵਾਨ ਇੱਥੇ ਮਰੇ। ਇਹ ਸਾਧ ਸੰਗਤ ਜੀ, ਅੰਬਾਲੇ ਤੋਂ ਬਨੂੜ ਜਾਈਏ ਤੇ ਬਨੂੜ ਤੋਂ ਅੱਗੇ ਲਾਂਡਰਾ ਇੱਕ ਛੋਟਾ ਜਿਹਾ ਅੱਡਾ ਆਉਂਦਾ ਕਸਬਾ,
ਉਹਦੇ ਨਾਲ ਅੱਧਾ ਕਿਲੋਮੀਟਰ ਅਗਲੇ ਪਾਸੇ ਜਾਓ ਤੇ ਉਹ ਯਾਦਗਾਰ ਸ਼ਹੀਦਾਂ ਸਿੰਘਾਂ ਦੀ ਬਣੀ ਹੈ। ਉੱਥੇ ਆਲੇ ਦੁਆਲੇ ਕਈ ਮੀਲਾਂ ਵਿੱਚ ਜੰਗ ਹੋਇਆ ਸੀ। ਇਹ ਨਹੀਂ ਵੀ ਇਕੱਲਾ ਉੱਥੇ ਹੀ ਜੰਗ ਹੋਇਆ, ਜੰਗ ਦਾ ਪਸਾਰਾ ਬਹੁਤ ਵੱਡਾ ਹੁੰਦਾ। ਉਹ ਕਈ ਮੀਲਾਂ ਦੇ ਵਿੱਚ ਜੰਗ ਹੋਇਆ। ਉਸ ਜੰਗ ਦੇ ਵਿੱਚ ਕਵੀ ਜੀ ਲਿਖਦੇ ਆ ਵੀ ਸੈਂਕੜੇ ਘੋੜੇ ਤੇ ਸੈਂਕੜੇ ਜਵਾਨ ਮਾਰੇ ਗਏ ਹਨ। ਚੌਪਈ ਚੜਿਓ ਫੀਲ ਪਰ ਖਾਨ ਵਜ਼ੀਰਾ। ਤੇ ਵਜ਼ੀਰ ਖਾਨ ਸੂਬਾ ਸਰਹੰਦ ਬੁੱਢਾ ਹੋ ਗਿਆ ਸੀ, ਬੜਾ ਜੰਗੀ ਜਰਨੈਲ ਸੀ, ਲੜਾਈਆਂ ਦਾ ਜੰਗਾਂ ਦਾ ਬੜਾ ਮਾਹਰ ਤਜਰਬੇਕਾਰ ਸੂਰਮਾ ਸੀ। ਹਾਥੀ ਤੇ ਚੜ੍ਹ ਕੇ ਆਪਣੀ ਫੌਜ ਦੀ ਅਗਵਾਈ ਕਰ ਰਿਹਾ ਸੀ। ਹਾਥੀ ਤੇ ਬਹਿ ਕੇ ਦੇਖ ਰਿਹਾ ਸੀ ਜੰਗ ਦਾ ਨਜ਼ਾਰਾ, ਆਪਣੀਆਂ ਫੌਜਾਂ ਨੂੰ ਲੜਾ ਰਿਹਾ ਸੀ। ਜੰਗ ਕਰਾਵਤ ਯੁੱਧ ਤਤ ਵੀਰਾ। ਇਹਨੂੰ ਲੜਾਈ ਦੀ ਬੜੀ ਤਦਬੀਰ ਆਉਂਦੀ ਸੀ, ਬੜੀਆਂ ਜੰਗਾਂ ਲੜਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਇਹਨੇ ਜੰਗਾਂ ਲੜੀਆਂ, ਉਸ ਤੋਂ ਬਾਅਦ ਵੀ ਜੰਗਾਂ ਲੜਦਾ ਹੀ ਰਿਹਾ। ਪਹਿਲਾਂ ਵੀ ਸਾਰੀ ਉਮਰ ਇਹਦੀ ਸੰਗਤ ਜੀ ਇਲਾਕੇ ਵਿੱਚ ਸੀ, ਉੱਥੋਂ ਦਾ ਸੀ ਇਹ, ਪਰ ਸੂਬਾ ਇਹ ਸਰਹੰਦ ਦਾ ਬਣਿਆ। ਇੱਥੇ ਬਹੁਤ ਲੰਮਾ ਸਮਾਂ ਇਹਨੇ ਰਾਜ ਕੀਤਾ। ਅੱਜ ਦਾ ਅੰਤ ਸਮਾਂ ਆ ਗਿਆ। ਹਾਥੀ ਤੇ ਚੜ੍ਹ ਕੇ ਖਾਲਸੇ ਉੱਤੇ ਤੋਪਾਂ ਦੇ ਗੋਲੇ ਚਲਵਾ ਰਿਹਾ ਹੈ। ਇਤ ਦਿਸ ਤੇ ਬੰਦਾ ਦਲ ਮੈਂ ਹੈ। ਇਧਰੋਂ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਫੌਜ ਦੇ ਵਿਚਕਾਰ ਆ ਗਏ, ਕਿਉਂਕਿ ਪਹਿਲਾਂ ਬਾਬਾ ਜੀ ਪਿੱਛੇ ਖੜ ਕੇ ਸਾਰੀ ਫੌਜ ਦੀ ਨਿਗਰਾਨੀ ਕਰ ਰਹੇ ਸਨ। ਜਦੋਂ ਫੌਜ ਖਾਲਸੇ ਦੀ ਭੱਜਣ ਲੱਗੀ, ਭਾਵ ਸਿੱਖਾਂ ਦੇ ਪੈਰ ਉਖੜਨ ਲੱਗੇ, ਤਾਂ ਬਾਬਾ ਵਿਨੋਦ ਸਿੰਘ ਜੀ, ਬਾਬਾ ਕਾਹਨ ਸਿੰਘ ਜੀ, ਵਾਰ ਸਿੰਘ ਨੇ ਆਖਿਆ, ਬੰਦਾ ਸਿੰਘ ਜੀ ਹੁਣ ਤੁਸੀਂ ਕੀ ਵੇਖਦੇ ਹੋ? ਹੁਣ ਜਦੋਂ ਸਾਰੇ ਸਿੰਘ ਮਾਰੇ ਜਾਣਗੇ ਉਦੋਂ ਆਓਗੇ ਮੈਦਾਨ ਵਿੱਚ। ਤੁਸੀਂ ਸਿੰਘਾਂ ਦਾ ਹੌਸਲਾ ਬੁਲੰਦ ਕਰੋ ਤੇ ਤੀਰ ਛੱਡੋ। ਫਿਰ ਬਾਬੇ ਬੰਦੇ ਬਹਾਦਰ ਨੇ ਕਲਗੀਧਰ ਪਾਤਸ਼ਾਹ ਦੇ ਬਖਸ਼ੇ 5 ਤੀਰਾਂ ਚੋਂ ਇੱਕ ਤੀਰ ਇੱਥੇ ਚਲਾਇਆ ਸੀਗਾ। ਜਦੋਂ ਤੀਰ ਛੱਡਿਆ, ਸ਼ਹੀਦੀ ਫੌਜਾਂ ਬੇਅੰਤ ਪ੍ਰਗਟ ਹੋ ਗਈਆਂ। ਦੁਸ਼ਮਣ ਦੇ ਨੇਤਰ ਨੇ ਕਰ ਦਿੱਤੇ। ਇਹੋ ਜੀ ਮਾਰ ਮੱਚੀ ਹੈ ਮੈਦਾਨੇ ਜੰਗ ਵਿੱਚ। ਚੜਿਓ ਅਸਵ ਇਤ ਉਤੈ ਫਿਰੈ ਹੈ। ਕਹਿੰਦੇ ਬਾਬਾ ਬੰਦਾ ਬਹਾਦਰ ਸਿੰਘ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ ਵਿੱਚ ਇੱਧਰ ਉੱਧਰ ਬਿਜਲੀ ਦੀ ਤਰ੍ਹਾਂ ਦੌੜਿਆ ਫਿਰਦਾ ਹੈ। ਅਲੀ ਅਲੀ ਸਭ ਤੁਰਕ ਪੁਕਾਰੈ। ਉਧਰੋਂ ਤੁਰਕਾਂ ਦੀ ਫੌਜ ਯਾ ਅਲੀ ਯਾ ਮੁਹੰਮਦ ਯਾ ਅਲੀ ਯਾ ਮੁਹੰਮਦ ਦੇ ਨਾਰੇ ਮਾਰਦੇ ਹਨ। ਸਿੰਘ ਅਕਾਲ ਅਕਾਲ ਉਚਾਰੈ। ਤੇ ਗੁਰੂ ਦਾ ਖਾਲਸਾ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਂਦਾ ਹੈ। ਦੀਨ ਮਜ਼ਹਬ ਕਾ ਯੁੱਧ ਨਿਹਰ ਕੈ। ਇਹ ਦੀਨ ਮਜ਼ਹਬ ਦਾ ਯੁੱਧ ਹੈ। ਇੱਕ ਪਾਸੇ ਖਾਲਸਾ ਆਪਣੇ ਧਰਮ ਪਿੱਛੇ, ਆਪਣੇ ਕਲਗੀਧਰ ਪਿਤਾ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਪਿੱਛੇ ਲੜ ਰਿਹਾ ਹੈ। ਦੂਜੇ ਪਾਸੇ ਸੂਬਾ ਸਰਹੰਦ ਵਜ਼ੀਰ ਖਾਨ ਆਪਣੀ ਜਾਂਦੀ ਹੋਈ ਤਾਕਤ ਨੂੰ ਸਦਾ ਲਈ ਜਾਂਦੇ ਹੋਏ ਰਾਜ ਭਾਗ ਨੂੰ ਬਚਾਉਣ ਵਾਸਤੇ ਲੜ ਰਿਹਾ ਹੈ। ਲੜੈ ਦਹੂੰ ਦਿਸਤੈ ਬਲ ਧਰ ਕੈ। ਦੋਵਾਂ ਨੂੰ ਆਪਣਾ ਬਲ ਲਾ ਕੇ ਲੜਨ ਦਾ ਚਾਹ ਚੜਿਆ ਹੋਇਆ। ਖਾਲਸੇ ਨੂੰ ਜੰਗ ਜਿੱਤਣ ਦਾ ਚਾਹ ਹੈ ਤੇ ਵਜ਼ੀਰ ਖਾਨ ਨੂੰ ਆਪਣੀ ਹਕੂਮਤ ਬਚਾਉਣ ਦੀ ਚਿੰਤਾ ਹੈ। ਬੜੇ ਭਾਰੀ ਦਲ ਦੋਹਾਂ ਪਾਸਿਆਂ ਤੋਂ ਆਹਮਣੇ ਸਾਹਮਣੇ ਜੁਟ ਗਏ ਹਨ। ਫਿਰ ਬੰਦੇ ਹੱਲਾ ਕਰਵਾਇਓ। ਫਿਰ ਬਾਬੇ ਬੰਦੇ ਬਹਾਦਰ ਨੇ ਖਾਲਸੇ ਨੂੰ ਹੱਲਾ ਸ਼ੇਰੀ ਦਿੱਤੀ ਵੀ ਜ਼ਬਰਦਸਤ ਹੱਲਾ ਬੋਲੋ ਦੁਸ਼ਮਣ ਦੇ ਉੱਤੇ। ਹੁਣ ਦਲ ਤੁਰਕਨ ਕਾ ਮਾਰਤ ਬਾਇਓ। ਕਹਿੰਦੇ ਬੜਾ ਜ਼ਬਰਦਸਤ ਹੱਲਾ ਖਾਲਸੇ ਨੇ ਕੀਤਾ ਤੇ ਤੁਰਕਾਂ ਦੀਆਂ ਫੌਜਾਂ ਨੂੰ ਭਾਜੜਾ ਪਾ ਦਿੱਤੀਆਂ। ਵਿਖ ਸਿੰਘਨ ਕਾ ਜੰਗ ਮਹਾਨ। ਖਾਲਸੇ ਦਾ ਜਾਹੋ ਜਲਾਲ ਵੇਖ ਕੇ, ਸਿੰਘਾਂ ਦੀਆਂ ਦਿਸ਼ਕਦੀਆਂ ਤੇਗਾਂ ਵੇਖ ਕੇ ਭਇਓ ਵਜੀਦਾ ਖਾਨ ਹੈਰਾਨ। ਵਜ਼ੀਰ ਖਾਨ ਹੈਰਾਨ ਹੋ ਗਿਆ। ਵਜ਼ੀਰ ਖਾਨ ਸੋਚ ਵੀ ਨਹੀਂ ਸੀ ਸਕਦਾ ਵੀ ਇਹ ਸਿੰਘ ਕਦੀ ਏਦਾਂ ਦਾ ਹੱਲਾ ਵੀ ਕਰ ਸਕਣਗੇ। ਉਹਦੇ ਮਨ 'ਚ ਇਹੀ ਖਿਆਲ ਸੀ ਵੀ ਇਹ ਤਾਂ ਪਿੰਡਾਂ ਦੇ ਜ਼ਿਮੀਂਦਾਰ ਲੋਕ ਨੇ, ਖੇਤੀਆਂ ਕਰਦੇ ਨੇ, ਹਲ ਵਾਹੁੰਦੇ ਨੇ, ਜਾਂ ਇਹ ਲੋਕ ਦਿਹਾੜੀਆਂ ਕਰਦੇ ਨੇ ਜਾਂ ਦੁਕਾਨਾਂ ਕਰਦੇ ਨੇ, ਇਹ ਜੰਗ ਨਹੀਂ ਲੜ ਸਕਦੇ। ਇਹ ਐਵੇਂ ਜੋਸ਼ ਵਿੱਚ ਆ ਕੇ ਇਕੱਠੇ ਹੋ ਕੇ ਆ ਗਏ ਨੇ, ਮੇਰੀਆਂ ਤੋਪਾਂ ਅੱਗੇ ਕਿੱਥੇ ਖੜਨਗੇ, ਮੈਂ ਪਹਿਲੇ ਹੱਲੇ ਹੀ ਭਜਾ ਦਿਆਂਗਾ ਇਹਨਾਂ ਨੂੰ। ਪਰ ਉਹਦੀਆਂ ਗੱਲਾਂ ਮਨ ਕੀ ਮਨ ਹੀ ਮੋਹੇ ਰਹੀ, ਮਨ ਵਿੱਚ ਹੀ ਰਹਿ ਗਈਆਂ। ਜਦੋਂ ਉਹਦੀਆਂ ਫੌਜਾਂ ਭੱਜਣ ਲੱਗੀਆਂ ਨਾ, ਵਜ਼ੀਰ ਖਾਨ ਹੈਰਾਨ ਹੋ ਗਿਆ। ਸਿੰਘ ਪਰੇ ਤਿਨ ਪਰ ਸਭ ਤਾਈ। ਕਹਿੰਦੇ ਖਾਲਸੇ ਨੂੰ ਪਤਾ ਨਹੀਂ ਕਿੰਨਾ ਕੁ ਜੋਸ਼ ਆ ਗਿਆ, ਜਿਵੇਂ ਸਾਹਿਬਜ਼ਾਦੇ ਆਵਾਜ਼ਾਂ ਮਾਰਦੇ ਸਨ, ਆਜੋ ਖਾਲਸਾ ਜੀ, ਸਰਹੰਦ ਦੇ ਦਰਵਾਜ਼ੇ ਖੁੱਲੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਏਦਾਂ ਲੱਗਦਾ ਸੀ ਵੀ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਡੇ ਸੀਸ ਤੇ ਹੱਥ ਰੱਖ ਰਹੇ ਨੇ। ਸ਼ਹੀਦਾਂ ਦੀ ਸਾਡੇ ਤੇ ਕਿਰਪਾ ਹੈ। ਕੀ ਬੱਚੇ, ਕੀ ਬੁੱਢੇ, ਕੀ ਜਵਾਨ ਸਿੰਘ
ਕੁੱਦ ਵੈਰੀ ਨੂੰ ਪੈਂਦੇ ਆ ਜਿਵੇਂ ਸ਼ੇਰ ਸ਼ਿਕਾਰ ਨੂੰ ਪੈਂਦਾ ਹੈ। ਮਾਰ ਲਏ ਮੁਸਲੇ ਵਿੱਚ ਲਾਈ। ਕਹਿੰਦੇ ਤੁਰਕਾਂ ਦੀਆਂ ਫੌਜਾਂ ਮਾਰ ਲਈਆਂ ਰਣ ਤੱਤੇ ਵਿੱਚ, ਵਿਚਰਤ ਕਰ ਦਿੱਤੀਆਂ, ਪੈਰ ਹਿਲਾ ਦਿੱਤੇ ਤੁਰਕਾਂ ਦੇ। ਭਾਗੇ ਕਿਤਕ ਜਾਨ ਕਰ ਪਿਆਰੀ। ਤੇ ਕਈ ਆਪਣੀਆਂ ਜਾਨਾਂ ਪਿਆਰੀਆਂ ਕਰਕੇ ਰਣ ਤੱਤੇ ਚੋਂ ਭੱਜੇ ਹਨ। ਮਰੇ ਤਹਾਂ ਸਰਦਾਰ ਅਪਾਰੀ। ਬੜੇ ਬੜੇ ਵੱਡੇ ਕਹਿੰਦੇ ਕਹਾਂਦੇ ਤੁਰਕਾਂ ਦੇ ਸਰਦਾਰ, ਤੁਰਕਾਂ ਦੇ ਜਰਨਲ ਕਰਨਲ, ਵਜ਼ੀਰ ਖਾਂ ਦੇ ਸਾਥੀ ਉਸ ਲੜਾਈ 'ਚ ਮਾਰੇ ਗਏ ਖਾਲਸੇ ਦੇ ਹੱਥੋਂ। ਨਾਜ਼ਮ ਫੀਲ ਪਿਛਾਹੇ ਭਗਾਇਓ। ਹਾਰ ਕੇ ਸੂਬੇ ਵਜ਼ੀਰ ਖਾਂ ਦਾ ਹਾਥੀ ਵੀ ਪਿਛਾ ਨੂੰ ਮੋੜਨਾ ਪਿਆ। ਆਪਣੀ ਜਾਨ ਤੇ ਖਤਰਾ ਬਣਿਆ ਵੇਖ ਕੇ ਵਜ਼ੀਰ ਖਾਂ ਹਾਥੀ ਲੈ ਕੇ ਪਿਛਾ ਨੂੰ ਦੌੜਿਆ ਹੈ। ਗੱਜ ਕਾ ਪੱਗ ਮਦ ਕਬਰ ਤਸਾਇਓ। ਪਰ ਜਦੋਂ ਕਾਲ ਆ ਜਾਵੇ ਨਾ, ਉਦੋਂ ਕੋਈ ਜੰਤਰ ਮੰਤਰ ਜਾਦੂ ਟੂਣਾ, ਕੋਈ ਤਰਤੀਬ, ਕੋਈ ਸਿਆਣਪ ਕੰਮ ਨਹੀਂ ਆਉਂਦੀ। ਜਦੋਂ ਕਾਲ ਆ ਜਾਏ ਨਾ, ਉਦੋਂ ਕੋਈ ਬਹਾਦਰੀ ਨਹੀਂ ਕੰਮ ਆਉਂਦੀ, ਕੋਈ ਚਲਾਕੀ ਨਹੀਂ ਕੰਮ ਆਉਂਦੀ, ਕੋਈ ਜੰਤਰ ਮੰਤਰ ਨਹੀਂ ਕੰਮ ਆਉਂਦਾ। ਜੋ ਨਰ ਪੀੜਤ ਕਾਲ ਕਰ ਕੋ ਰੱਖਿਅਕ ਨਾ ਤਾਹੇ। ਕਹਿੰਦੇ ਜਿਹਨੂੰ ਕਾਲ ਆ ਹੀ ਗਿਆ ਉਹਦੀ ਕੋਈ ਰੱਖਿਆ ਨਹੀਂ ਕਰਦਾ। ਆ ਗਿਆ ਸਮਾਂ ਵਜ਼ੀਰ ਖਾਂ ਦਾ, ਉਹਦਾ ਹਾਥੀ ਦੌੜਿਆ ਤੇ ਕਬਰ ਦੇ ਵਿੱਚ ਪੈਰ ਪੈ ਗਿਆ। ਆ ਜਿਹੜੀਆਂ ਮੁਰਦੇ ਦੱਬ ਕੇ ਆਉਂਦੇ ਨਾ ਕਬਰਾਂ, ਇਹ ਉੱਤੋਂ ਪੋਲੀ ਹੀ ਹੁੰਦੀਆਂ, ਮਿੱਟੀ ਪਾਈ ਹੁੰਦੀ ਥੋੜੀ ਬਾਲੀ, ਉਹ ਮਿੱਟੀ ਪੋਲੀ ਸੀ, ਉਹਦੇ ਵਿੱਚ ਹਾਥੀ ਦਾ ਪੈਰ ਧਸ ਗਿਆ। ਗਿਰਿਓ ਵਜੀਦ ਖਾਨ ਤਿਸ ਠੌਰ। ਹਾਥੀ ਡਿੱਗਾ ਗੋਡਿਆਂ ਭਾਰ, ਤੇ ਉਹਦੇ ਹੌਦੇ ਵਿੱਚੋਂ, ਹਾਥੀ ਦੇ ਹੌਦੇ ਵਿੱਚੋਂ ਵਜ਼ੀਰ ਖਾਂ ਧੜਮ ਕਰਕੇ ਬਾਹਰ ਜਾ ਪਿਆ। ਥੀ ਅਸਵਾਰੀ ਨਹ ਟਿਕ ਔਰ। ਕੁਦਰਤ ਰੱਬ ਦੀ ਕੋਲ ਹੋਰ ਕੋਈ ਅਸਵਾਰੀ ਵੀ ਨਹੀਂ ਪਹੁੰਚੀ। ਹਾਥੀ ਦੇ ਨਾਲ ਕੋਈ ਦੂਸਰਾ ਕੋਈ ਘੋੜਾ ਹੀ ਹੁੰਦਾ, ਕੋਈ ਉਹਦਾ ਮਦਦਗਾਰ ਆ ਜਾਂਦਾ, ਉਹਨੂੰ ਘੋੜੇ ਤੇ ਬਿਠਾ ਕੇ ਭਜਾ ਕੇ ਲੈ ਜਾਂਦਾ। ਪਰਮਾਤਮਾ ਦਾ ਭਾਣਾ ਸਾਹਿਬਜ਼ਾਦਿਆਂ ਦੀ ਕਲਾ ਵਰਤ ਗਈ, ਉਹਨੂੰ ਬਚਾਉਣ ਵਾਲਾ ਵੀ ਕੋਈ ਨਹੀਂ ਆ ਸਕਿਆ। ਗਹਿਓ ਜਾਏ ਸਿੰਘਨ ਵਹਤਾਈ। ਦੌੜ ਕੇ ਖਾਲਸੇ ਨੇ ਜਿਉਂਦਾ ਫੜ ਲਿਆ। ਫਤਿਹ ਜੰਗ ਕੀ ਬੰਦੇ ਪਾਈ। ਬਾਬੇ ਬੰਦੇ ਬਹਾਦਰ ਨੇ ਜੰਗ 'ਚ ਫਤਿਹ ਪਾ ਲਈ। ਭਾਗ ਗਈ ਸਭ ਹੀ ਤੁਰਕਾਨੀ। ਕਹਿੰਦੇ ਤੁਰਕਾਂ ਦੀ ਫੌਜ ਮੈਦਾਨੇ ਜੰਗ 'ਚੋਂ ਭੱਜ ਗਈ। ਨਾਹੇ ਸਰੰਦ ਤਸੇ ਡਰ ਮਾਨੀ। ਕਹਿੰਦੇ ਡਰਦੇ ਮਾਰੇ ਕਈ ਸਰਹੰਦ ਬੜੇ ਤੇ ਕਈ ਸਰਹੰਦ ਵੀ ਨਹੀਂ, ਉੱਥੋਂ ਵੀ ਦੌੜ ਗਏ ਵੀ ਸਿੰਘਾਂ ਨੇ ਆ ਕੇ ਸਰਹੰਦ ਵੀ ਫਤਿਹ ਕਰ ਲੈਣੀ ਹੈ। ਤੁਰਕ ਡਰੈ ਬੰਦੇ ਤੋਂ ਐਸੇ। ਕਹਿੰਦੇ ਤੁਰਕ ਬੰਦੇ ਤੋਂ ਇਉਂ ਡਰਦੇ ਐ ਮਿਰਗ ਡਰਤ ਕੇ ਹਰਤੇ ਜੈਸੇ। ਜਿਵੇਂ ਸ਼ੇਰ ਤੋਂ ਹਿਰਨ ਡਰਦੇ ਆ। ਜਿਵੇਂ ਬੱਬਰ ਸ਼ੇਰ ਗਰਜਦਾ ਨਾ ਬਾਣੀ 'ਚ, ਜਿਵੇਂ ਭਾਈ ਸਾਹਿਬ ਗੁਰਦਾਸ ਜੀ ਲਿਖਦੇ, ਸਿੰਘ ਬੁੱਕੇ ਮਿਰਗਾਵਲੀ ਭੰਨੀ। ਕਹਿੰਦੇ ਸ਼ੇਰ ਬੁੱਕਦਾ ਨਾ ਤੇ ਮਿਰਗਾਂ ਦੀ ਡਾਰ ਜਿਹੜੀ ਉਹ ਭੱਜ ਜਾਂਦੀ ਹੈ। ਜਾਏ ਨਾ ਧੀਰ ਧਰੋਵਾ, ਕਹਿੰਦੇ ਫਿਰ ਉਹਦੇ ਕੋਲ ਧੀਰਜ ਨਹੀਂ ਰੱਖਿਆ ਜਾਂਦਾ, ਹੌਸਲਾ ਨਹੀਂ ਰਹਿੰਦਾ। ਏਦਾਂ ਮਿਰਗਾਂ ਦੀ ਡਾਰ ਤਰ੍ਹਾਂ ਤੁਰਕਾਂ ਦਾ ਹੌਸਲਾ ਪਸਤ ਹੋ ਗਿਆ। ਸਿੰਘ ਤਸੇ ਸਰਹੰਦੈ ਜਾਏ। ਤੇ ਖਾਲਸੇ ਦੀਆਂ ਫੌਜਾਂ ਉੱਥੋਂ ਦੌੜ ਕੇ ਲਗਭਗ 20 ਕਿਲੋਮੀਟਰ ਬਣ ਜਾਂਦਾ, ਉੱਥੋਂ ਉਹ ਜਾ ਕੇ ਖਾਲਸਾ ਵੜ ਗਿਆ ਸਰਹੰਦ ਸ਼ਹਿਰ ਦੇ ਵਿੱਚ। ਲੂਟ ਕੂਟ ਕੀਨੀ ਮਨ ਪਾਏ। ਤੇ ਫਿਰ ਖਾਲਸੇ ਨੇ ਖੁੱਲੇ ਪਹਿਰੇ ਵਰਤਾ ਦਿੱਤੇ ਜ਼ਾਲਮਾਂ ਨੂੰ ਸੋਧੇ ਲਾਣ ਦੇ। ਬੜੇ ਬੜੇ ਵੱਡੇ ਜਿਹੜੇ ਉੱਥੇ ਸੇਠ ਸ਼ਾਹੂਕਾਰ ਸਰਕਾਰੀ ਖਜ਼ਾਨਿਆਂ ਦੇ ਮਾਲਕ ਬਣੇ ਬੈਠੇ ਸੀ, ਲੋਕਾਂ ਦਾ ਗਰੀਬਾਂ ਦਾ ਖੂਨ ਚੂਸ ਕੇ ਕਰੋੜਪਤੀ ਬਣੇ ਬੈਠੇ ਸੀ, ਉਹਨਾਂ ਦੇ ਵੱਡੇ ਵੱਡੇ ਮਹਿਲਾਂ ਵਿੱਚ ਮਹੱਲਾਂ ਵਿੱਚ ਖਾਲਸਾ ਵੜ ਗਿਆ। ਬੋਧੀ ਜੰਜੂ ਪੇਖ ਤਜਾ ਹੈ। ਜਿਹੜਾ ਕੋਈ ਆਪਣੇ ਆਪ ਨੂੰ ਬੋਧੀ ਦਿਖਾ ਕੇ, ਜੰਜੂ ਦਿਖਾ ਕੇ ਬਚ ਗਿਆ ਵੀ ਅਸੀਂ ਤਾਂ ਹਿੰਦੂ ਆਂ ਜੀ, ਅਸੀਂ ਤਾਂ ਤੁਹਾਡੇ ਹੀ ਆਂ, ਉਹ ਤਾਂ ਬਖਸ਼ ਦਿੱਤਾ। ਬਾਕੀ ਲੂਟ ਸਭੀ ਕੋ ਲੈ ਹੈ। ਬਾਕੀ ਸਾਰੇ ਖਜ਼ਾਨੇ ਲੁੱਟ ਲਏ, ਸਰਕਾਰੀ ਖਜ਼ਾਨੇ ਦਾ ਲੁੱਟੇ ਹੀ। ਜਿਹੜੇ ਵੱਡੇ ਵੱਡੇ ਸ਼ਾਹੂਕਾਰ ਸੇਠ ਲੋਕਾਂ ਦਾ ਖੂਨ ਚੂਸ ਕੇ ਕਰੋੜਪਤੀ ਬਣੇ ਬੈਠੇ ਸੀ ਨਾ, ਉਹਨਾਂ ਦੀਆਂ ਤਜੌਰੀਆਂ ਵੀ ਖਾਲਸੇ ਨੇ ਖੋਲ ਲਈਆਂ। ਗੁਰ ਕੇ ਸਿੱਖ ਕਾ ਜਿਹ ਘਰ ਹੋਈ। ਜਿੱਥੇ ਕੋਈ ਗੁਰੂ ਘਰ ਨੂੰ ਮੰਨਣ ਵਾਲਾ ਗੁਰਸਿੱਖ ਮਿਲਿਆ, ਉੱਚਾ ਗਰੀਬ ਚਾ ਹੈ ਸੋਈ। ਉਹ ਗਲੀ ਬਾਜ਼ਾਰ ਬਚ ਗਿਆ, ਬਾਕੀ ਸਭ ਝਟਕੇ ਗਏ। ਬੜੇ ਬੜੇ ਜੇ ਤੱਕ ਥੇ ਮੁਸਲੇ। ਜਿਹੜੇ ਬੜੇ ਬੜੇ ਵੱਡੇ ਆਪਣੇ ਆਪ ਨੂੰ ਖਾਨ ਬਹਾਦਰ, ਖਾਨ ਸਾਹਿਬ,
ਤੇ ਮੁਗਲ ਸਰਦਾਰ ਭਾਂਦੇ ਸੀ। ਤਿਨਕੇ ਪਟੇ ਪਕੜ ਭਲ ਖੁਸਲੇ। ਉਹਨਾਂ ਨੂੰ ਪਕੜ ਕੇ ਮੈਦਾਨੇ ਜੰਗ ਦੇ ਵਿੱਚ ਜਿਵੇਂ ਝਟਕਾਏ ਸੀ, ਇੱਥੇ ਗਲੀਆਂ ਬਾਜ਼ਾਰਾਂ ਵਿੱਚ ਵੀ ਝਟਕ ਦਿੱਤੇ ਹਨ। ਜ਼ੇਵਰ ਦੌਲਤ ਮਾਰ ਕਢੈ ਹੈ। ਸੋਧਾ ਲਾ ਕੇ ਇਹਨਾਂ ਦੇ ਖਜ਼ਾਨੇ, ਇਹਨਾਂ ਦੀਆਂ ਤਿਜੋਰੀਆਂ, ਤਹਿਖਾਨੇ ਜਿਹੜੇ ਬਣਾ ਕੇ ਰੱਖੇ ਹੋਏ ਸੀ, ਖਾਲਸੇ ਨੇ ਖੁਲਵਾ ਲਏ ਹਨ। ਗਰੈ ਜੋ ਅਗਿਓ ਤਾਹੇ ਹਤੇ ਹੈ। ਜਿਹੜਾ ਅੱਗੋਂ ਹੱਥ ਚੁੱਕਦਾ ਸੀ ਉਹਨੂੰ ਝਟਕ ਦਿੰਦੇ ਸੀ, ਜਿਹੜਾ ਸ਼ਰਣੀ ਪੈ ਜਾਂਦਾ ਸੀ ਕਿ ਖਾਲਸੇ ਨੂੰ ਹੁਕਮ ਹੈ ਵੀ ਹੱਥੇ ਦੇ ਵਾਰ ਨਹੀਂ ਕਰਨਾ, ਜਿਹੜਾ ਹੱਥ ਜੋੜ ਦੇਵੇ ਵੀ ਮੈਨੂੰ ਬਖਸ਼ ਦਿਓ ਉਹਨੂੰ ਨਹੀਂ ਮਾਰਦੇ। ਪਰ ਜਿਹੜਾ ਅੱਗੋਂ ਤੜਫੜ ਕਰੇ, ਸ਼ਸਤਰ ਚੁੱਕੇ, ਡੰਡਾ ਸੋਟਾ ਬੰਦੂਕ ਤਲਵਾਰ ਦਾ ਕੋਈ ਵਾਰ ਕਰੇ, ਉਹਨੂੰ ਫਿਰ ਬਖਸ਼ਦੇ ਨਹੀਂ। ਇਸ ਤਰ੍ਹਾਂ ਸਾਧ ਸੰਗਤ ਜੀ ਸਰਹੰਦ ਸ਼ਹਿਰ ਦੇ ਵਿੱਚ ਸਿੰਘਾਂ ਨੇ ਫਿਰ ਹੱਥ ਸਾਫ਼ ਕੀਤਾ ਹੈ। ਹਥਿਆਰ ਦੌਲਤ ਹੈ ਪੀਨੀ। ਕਹਿੰਦੇ ਹਜ਼ਾਰਾਂ ਸ਼ਸਤਰ ਤੇ ਹਜ਼ਾਰਾਂ ਹੀ ਘੋੜੇ ਖਾਲਸੇ ਦੇ ਹੱਥ ਲੱਗੇ। ਬੜੀਆਂ ਵੱਡੀਆਂ ਜੰਗੀ ਤੋਪਾਂ ਖਾਲਸੇ ਦੇ ਹੱਥ ਲੱਗੀਆਂ। ਛੋਟੇ ਰੈਂਕਲੇ ਜਮੂਰੇ ਖਾਲਸੇ ਦੇ ਹੱਥ ਲੱਗੇ, ਕਿਉਂਕਿ ਇਹ 22 ਸੂਬਿਆਂ ਵਿੱਚੋਂ ਸਭ ਤੋਂ ਵੱਡਾ ਸੂਬਾ ਮੰਨਿਆ ਜਾਂਦਾ ਸੀ। ਵਿਦਵਾਨਾਂ ਨੇ ਸਰਹੰਦ ਦੇ ਅਰਥ ਕਈ ਕੀਤੇ ਨੇ। ਸਰ ਹਿੰਦ ਕਹਿੰਦੇ ਹਿੰਦ ਦਾ ਸਿਰਾ, ਹਿੰਦ ਦਾ ਸ਼੍ਰੋਮਣੀ ਸ਼ਹਿਰ। ਦੂਜਾ ਅਰਥ ਕੀਤਾ ਸ਼ੀਰੰਦ, ਸ਼ੀ ਨਾਮ ਸ਼ੇਰ ਦਾ, ਸ਼ੀ ਰੰਦ ਨਾਮ ਗੁਫਾ ਦਾ, ਕੇਵ ਦਾ। ਕਹਿੰਦੇ ਇਹ ਸ਼ੇਰ ਦੀ ਗੁਫਾ ਹੈ। ਕਹਿੰਦੇ ਸ਼ੇਰ ਦੀ, ਉਹ ਸੂਬਾ ਵਜ਼ੀਰ ਖਾਂ ਆਪਣੇ ਆਪ ਨੂੰ ਸ਼ੇਰ ਸਮਝਦਾ ਸੀ। ਕਹਿੰਦਾ ਮੇਰੀ ਗੁਫਾ 'ਚ ਕੌਣ ਵੜ ਸਕਦਾ, ਬੰਦੇ ਦੀ ਕੀ ਮਜ਼ਾਲ ਹੈ ਮੇਰੇ ਸ਼ਹਿਰ 'ਚ ਆ ਜਾਏ। ਪਰ ਸਭ ਦੀਆਂ ਗੱਲਾਂ ਮਨ ਵਿੱਚ ਰਹਿ ਗਈਆਂ। ਅੱਜ ਖਾਲਸਾ ਸਰਹੰਦ ਦੇ ਕਿਲਿਆਂ ਤੇ ਪਹੁੰਚ ਗਿਆ, ਅਟਾਰੀਆਂ ਤੇ ਚੜ ਗਿਆ, ਗਲੀਆਂ ਬਾਜ਼ਾਰਾਂ 'ਚ ਵੜ ਗਿਆ। ਜਿਨ੍ਹਾਂ ਬਾਜ਼ਾਰਾਂ 'ਚ ਕਦੀ ਯਾ ਅਲੀ ਯਾ ਮੁਹੰਮਦ ਤੋਂ ਬਿਨਾਂ ਕੋਈ ਨਾਰਾ ਨਹੀਂ ਸੀ ਵੱਜਦਾ, ਉਹਨਾਂ ਗਲੀਆਂ ਬਾਜ਼ਾਰਾਂ ਵਿੱਚ ਸਤਿ ਸ੍ਰੀ ਅਕਾਲ ਦੇ ਜੈਕਾਰੇ ਹੀ ਸੁਣਾਈ ਦਿੰਦੇ ਹਨ। ਹੈ ਹਥਿਆਰ ਦੌਲਤ ਹੈ ਪੀਨੀ। ਬੜੇ ਬੜੇ ਖਜ਼ਾਨੇ ਲੁੱਟ ਲਏ, ਬੜੇ ਹਥਿਆਰ, ਕੀਮਤੀ ਜੰਗੀ ਸ਼ਸਤਰ ਖਾਲਸੇ ਦੇ ਖਜ਼ਾਤਾ ਆ ਗਏ। ਸਾਰੇ ਤਹਿਖਾਨਿਆਂ ਵਿੱਚੋਂ, ਅਸਲਾ ਖਾਨਿਆਂ ਵਿੱਚੋਂ ਸਾਰਾ ਅਸਲਾ ਆਪਣੇ ਕਾਬੂ ਕੀਤਾ ਸਭ ਤੋਂ ਪਹਿਲਾਂ। ਫਿਰ ਜਿੰਨੀਆਂ ਦੌਲਤਾਂ ਸਨ, ਖਜ਼ਾਨੇ ਸਨ, ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ, 22 ਸੂਬਿਆਂ ਚੋਂ ਇੱਕ ਵੱਡਾ ਸੂਬਾ ਸਰਹੰਦ ਸੀਗਾ, ਅੱਜ ਖਾਲਸੇ ਨੇ ਮਾਰ ਲਿਆ ਹੈ। ਮਲਵਈਨ ਮਾਝਾ ਲੈ ਲੀਨੀ। ਮਾਝੇ ਵਾਲਿਆਂ ਨੇ, ਮਲਵਈਆਂ ਨੇ, ਦੁਆਬੇ ਵਾਲਿਆਂ ਨੇ ਵੰਡ ਲਿਆ ਸਾਰਾ ਖਜ਼ਾਨਾ। ਅਹੁਦੇਦਾਰ ਅਮੀਰ ਹਜ਼ਾਰ। ਬੜੇ ਵੱਡੇ ਅਮੀਰ ਅਹੁਦੇਦਾਰ ਜਿਹੜੇ ਸਰਹੰਦ ਦੇ ਅਫਸਰ ਸਨ, ਕਹਿੰਦੇ ਸਨ ਵੀ ਸਾਡੇ ਹੁੰਦਿਆਂ ਕੋਈ ਸਰਹੰਦ ਵੱਲ ਅੱਖ ਨਹੀਂ ਚੁੱਕ ਕੇ ਵੇਖ ਸਕਦਾ। ਅੱਜ ਉਹਨਾਂ ਦੀਆਂ ਲਾਸ਼ਾਂ ਬਾਜ਼ਾਰਾਂ ਵਿੱਚ ਰੁਲ ਗਈਆਂ ਹਨ। ਬਕਰ ਜਕਰ ਕੋਠਿਓ ਮੈਂ ਡਰ। ਕਈਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਜਿਹੜੇ ਜੇਲ੍ਹ ਖਾਨਿਆਂ 'ਚੋਂ ਕਦੀ ਸਿੰਘਾਂ ਨੂੰ, ਗਰੀਬਾਂ ਨੂੰ, ਹਿੰਦੂਆਂ ਨੂੰ ਕੈਦ ਕਰਿਆ ਕਰਦੇ ਸੀ, ਉਹਨਾਂ ਹੀ ਜੇਲ੍ਹ ਖਾਨਿਆਂ ਵਿੱਚੋਂ ਅੱਜ ਆਪ ਕੈਦ ਹੋ ਗਏ ਨੇ। ਤਾਲੇ ਦਾ ਪਹਿਰੇ ਬੈਠਾਰੇ। ਤਾਲਿਆਂ ਦੇ ਵਿੱਚ ਬੰਦ ਕਰਕੇ ਬਾਹਰ ਸਿੰਘ ਪਹਿਰੇਦਾਰ ਬਣ ਕੇ ਖਲੋ ਗਏ ਨੇ, ਪਰਛੇ ਫੜ ਕੇ। ਬੰਦਾ ਉਤਰਿਓ ਕਿਲੇ ਮਜਾਰੇ। ਤੇ ਬਾਬਾ ਬੰਦਾ ਸਿੰਘ ਬਹਾਦਰ ਕਿਲੇ ਦੇ ਵਿੱਚ ਜਾ ਵੜਿਆ ਹੈ। ਕਬਜ਼ਾ ਆਪਣਾ ਕੀਨ ਉਦਾਰੇ। ਸਰਹੰਦ ਦੇ ਕਿਲੇ ਤੇ ਬਾਬਾ ਜੀ ਨੇ ਕਬਜ਼ਾ ਕਰਕੇ ਨਿਸ਼ਾਨ ਸਾਹਿਬ ਚਲਾ ਦਿੱਤੇ ਹਨ। ਸ਼ਾਹੀ ਸਬੈ ਮਕਾਨ ਸੰਵਾਰੇ। ਸ਼ਾਹੀ ਮਕਾਨ, ਮਹਿਲ, ਮਾੜੀਆਂ ਸਭ ਸਾਂਭ ਲਈਆਂ। ਵੱਡੇ ਮਹਿਲ ਸਨ ਸੂਬੇ ਦੇ, ਬੜੇ ਵੱਡੇ ਕਿਲੇ ਦੇ ਵਿੱਚ ਘਰ ਬਣੇ ਹੋਏ ਸਨ, ਵੱਡੇ ਅਫਸਰਾਂ ਦੇ, ਵਜ਼ੀਰਾਂ ਦੇ, ਅਮੀਰਾਂ ਦੇ, ਸਭ ਝੜਕ ਦਿੱਤੇ ਤੇ ਸਿੰਘਾਂ ਦਾ ਪਹਿਰਾ ਲਾ ਦਿੱਤਾ। ਸਭ ਥਾਂ ਦੇ ਸਿੰਘ ਹੀ ਸਿੰਘ ਫਿਰਦੇ ਹਨ। ਤੋਸ਼ੇ ਖਾਨੇ ਆਦ ਅਪਾਰੇ। ਜਿੰਨੇ ਤੋਸ਼ੇ ਖਾਨੇ ਸਨ ਸਾਰੇ ਲੁੱਟ ਲਏ ਹਨ ਸਰਕਾਰ ਦੇ। ਸਭੀ ਕੁਟੰਬ ਬਜੀਦੇ ਕੇਰਾ। ਤੇ ਸੂਬੇ ਦਾ ਸਾਰਾ ਪਰਿਵਾਰ ਕੱਢ ਕੇ ਬਾਹਰ ਪਾਇਆ ਹੈ। ਬਕਰ ਏਕ ਕੋਠੇ ਮੈਂ ਘੇਰਾ। ਇੱਕ ਕੋਠੇ 'ਚ ਕੈਦ ਕਰ ਦਿੱਤਾ ਹੈ। 8 ਪਹਿਰਿਓ ਲੁਟੀ ਸਰੰਦਾ। 8 ਪਹਿਰ ਸਰਹੰਦ ਸ਼ਹਿਰ ਨੂੰ ਲੁੱਟਦੇ ਰਹੇ ਲੋਕ। ਫੇਰ ਘਰੀ ਬੰਦੇ ਨਾ ਬੰਦਾ। ਕਿਉਂਕਿ ਬਾਬੇ ਬੰਦੇ ਬਹਾਦਰ ਦੇ ਨਾਲ ਸਿੰਘਾਂ ਤੋਂ ਇਲਾਵਾ ਲੁਟੇਰੇ ਬੜੇ ਆਏ ਹੋਏ ਸਨ। ਪੂਰਾ ਬਾਂਗਰ ਦੇਸ਼, ਮਾਲਵਾ, ਦੁਆਬਾ ਤੇ ਮਾਝਾ, ਉਹ ਜਿਹੜੇ ਕਈ ਤਾਂ ਗੁਰੂ ਕੇ ਪਿਆਰ ਵਾਲੇ ਸਨ ਤੇ ਕਈ ਲੁੱਟਮਾਰ ਵਾਲੇ ਸਨ। ਉਹ ਛੇਤੀ ਲੁੱਟਦੇ ਫਿਰਦੇ ਵੀ ਸੀ, ਲੁੱਟ ਕੇ ਘਰਾਂ ਨੂੰ ਲੈ ਜਾਈਏ।
ਬਾਬਾ ਜੀ ਨੇ 8 ਪਹਿਰ ਬਾਅਦ ਉਹ ਲੁੱਟਮਾਰ ਰੁਕਵਾ ਦਿੱਤੀ, ਬੰਦ ਕਰਵਾ ਦਿੱਤੀ ਹੈ। ਦੌਲਤ ਜੇਤਕ ਜਿਸ ਕਰ ਆਈ, ਜਿੰਨੀ ਕੁ ਦੌਲਤ ਜਿਹੜੇ ਬੰਦੇ ਦੇ ਹੱਥ ਆਈ, ਬੰਦੇ ਕਹਿਓ ਸੋਏ ਲੈ ਜਾਈ। ਬਾਬੇ ਨੇ ਆਖਿਆ ਉਹ ਲੈ ਜਾਓ ਭਾਈ, ਇਹ ਬਚਨ ਪਹਿਲਾਂ ਹੀ ਕੀਤਾ ਸੀ ਵੀ ਲੁੱਟਮਾਰ ਦਾ ਮਾਲ ਜਿਹੜਾ ਜਿਸ ਨੂੰ ਮਿਲਿਆ ਉਹ ਲੈ ਜਾਏਗਾ। ਇਸੇ ਲਾਲਚ ਨਾਲ ਬਹੁਤੇ ਆਏ ਸਨ, ਤੇ ਜਿਹੜਾ ਬਚਨ ਕੀਤਾ ਸੀ ਬਾਬਾ ਜੀ ਨੇ ਉਹ ਪੂਰਾ ਕੀਤਾ ਹੈ। ਬੰਦੋਬਸਤ ਬੰਦੇ ਸਭ ਕਰਕੇ, ਫਿਰ ਬਾਬੇ ਬੰਦੇ ਬਹਾਦਰ ਨੇ ਸਰਹੰਦ ਦਾ ਬੰਦੋਬਸਤ ਕੀਤਾ, ਪੁੰਨ ਸਭ ਸਿੰਘਨ ਸੰਗ ਵਿਚਰ ਕੇ। ਤੇ ਖਾਲਸੇ ਨਾਲ ਵਿਚਾਰ ਕੀਤੀ। ਬਾਬਾ ਵਿਨੋਦ ਸਿੰਘ ਜੀ, ਬਾਜ ਸਿੰਘ ਜੀ, ਫਤਿਹ ਸਿੰਘ ਜੀ, ਆਲੀ ਸਿੰਘ, ਮਾਲੀ ਸਿੰਘ, ਜਿਹੜੇ ਮੁਖੀ ਸਿੰਘ ਸਨ, ਉਹਨਾਂ ਨਾਲ ਬਹਿ ਕੇ ਗੁਰਮਤਾ ਕੀਤਾ ਹੈ। ਮੰਗਵਾਇਓ ਬਾਜੀ ਦੇ ਤਾਈ, ਕਹਿੰਦੇ ਜਦੋਂ ਖਾਲਸੇ ਨੇ ਕਚਹਿਰੀ ਲਾਈ, ਬਾਬਾ ਬੰਦਾ ਸਿੰਘ ਅੰਦਰ ਤਖਤ ਤੇ ਬੈਠ ਗਿਆ ਜਿੱਥੇ ਕਦੀ ਸੂਬਾ ਬੈਠਿਆ ਕਰਦਾ ਸੀ। ਬਾਬਾ ਵਿਨੋਦ ਸਿੰਘ ਜੀ, ਰਣ ਸਿੰਘ ਜੀ, ਬਾਜ ਸਿੰਘ, ਪੰਜੇ ਪਿਆਰੇ ਬੈਠ ਗਏ ਤੇ ਵਜੀਦੇ ਦੀ ਪੇਸ਼ੀ ਹੋਈ। ਲਿਆਓ ਵੀ ਵਜੀਦੇ ਨੂੰ ਫੜ ਕੇ ਸਾਡੇ ਸਾਹਮਣੇ। ਮੂਲ ਦਵਾਰ ਮੈਂ ਮੇਖ ਤਸਾਈ, ਕਹਿੰਦੇ ਫੇਰ ਇਹਨੂੰ ਸੋਧਾ ਲਾਣਾ ਸ਼ੁਰੂ ਕੀਤਾ। ਇਹਦੇ ਜਿਹੜੇ ਨੇ ਜ਼ੁਲਮ ਕੀਤੇ ਸੀ ਨਾ, ਉਹ ਫਿਰ ਇਹਨੂੰ ਉਹਦੇ ਕੀਤੇ ਕਰਮਾਂ ਦਾ ਫਲ ਭੁਗਤਾਇਆ ਹੈ। ਬਾਂਧ ਬੈੜ ਕਨ ਮਗਰ ਕਸੀਟਾ, ਵੈੜਕਿਆਂ ਦੇ ਪਿੱਛੇ ਪਾ ਕੇ ਕਸੀਟਿਆ। ਵੈੜ ਕੇ ਕਹਿੰਦੇ ਆ ਵੀ ਜਿਹੜੇ 2-2, 2.5 ਸਾਲ ਦੇ ਬਲਦ ਹੁੰਦੇ ਨਾ, ਜਿਹੜੇ ਪੂਰੇ ਜਵਾਨੀ ਚੜੇ ਹੁੰਦੇ ਆ ਜੇ, ਉਹਨਾਂ ਨੂੰ ਆਪਾਂ ਵੈੜਕਾ ਕਹਿੰਦੇ। 2 ਤੋਂ ਲੈ ਕੇ 3 ਸਾਲ ਦੇ ਵਿਚਕਾਰ ਬਲਦ ਦੀ ਜੋ ਉਮਰ ਹੁੰਦੀ ਉਹਨੂੰ ਵੈੜਕਾ ਕਹਿੰਦੇ। ਉਹਨੂੰ ਹਲ ਪਜਾਲੀ ਪਾ ਕੇ ਖੇਤਾਂ 'ਚ ਵਾਹਣ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਜ਼ਿੰਮੇਦਾਰ ਨੂੰ ਉਹਨੂੰ ਚਲਾਉਣ ਵਾਸਤੇ। ਉਹਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਆਪਣੇ ਬੈੜਾ ਹੋ ਕੇ ਤੁਰਦਾ। ਕਹਿੰਦੇ ਵਹਿੜਿਆਂ ਦੇ ਪਿੱਛੇ ਪਾ ਕੇ ਨਾ ਸੂਬੇ ਸਰਹੰਦ ਵਜ਼ੀਰ ਖਾਨ ਨੂੰ ਤੇ ਸ਼ਹਿਰ ਦੀਆਂ ਗਲੀਆਂ 'ਚ ਘੜੀਸਿਆ ਹੈ। ਨਗਰ 'ਚ ਫੇਰੇ ਫੇਰਿਓ ਨੀਠਾ, ਸ਼ਹਿਰ ਦੀਆਂ ਗਲੀਆਂ ਵਿੱਚ, ਬਾਜ਼ਾਰਾਂ ਵਿੱਚ, ਸ਼ਹਿਰ ਦੇ ਚੁਫੇਰੇ ਉਹਨੂੰ ਘੜੀਸ ਕੇ ਬਲਦਾਂ ਦੇ ਪਿੱਛੇ। ਫਿਰ ਜੀਵਤ ਹੀ ਅਗਨੀ ਬੀਚੂ, ਤੇ ਫਿਰ ਅੱਗ ਬਾਲ ਕੇ ਜਿਉਂਦੇ ਨੂੰ ਪੁੱਠਾ ਟੰਗ ਦਿੱਤਾ ਅੱਗ ਦੇ ਵਿੱਚ। ਸਾੜਿਓ ਪਾਏ ਵਜੀਦਾ ਨੀਚੂ, ਥੱਲੇ ਅੱਗ ਬਲਦੀ ਹੈ, ਉੱਤੇ ਪੁੱਠਾ ਟੰਗਿਆ ਦਰਖਤ ਦੇ ਨਾਲ ਬੰਨਿਆ ਹੋਇਆ, ਤੇ ਉਹਨੂੰ ਵਿੱਚ ਸਾੜ ਕੇ ਮਾਰਿਆ। ਸੂਬੇ ਸਰਹੰਦ ਨੂੰ ਜਿਹਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਸੀ। ਸਾਧ ਸੰਗਤ ਜੀ, ਜੈਸੀ ਕਰਨੀ ਵੈਸੀ ਭਰਨੀ ਹੈ। ਇਹ ਕਰ ਕਰੇ ਸੋ ਇਹ ਕਰ ਪਾਏ, ਜਿਹਾ ਬੀਜਾ ਸੋ ਲੁਣਾ, ਕਰਮਾ ਸੰਧੜਾ ਖੇਤ। ਜੋ ਬੀਜਿਆ ਸੀ ਅੱਜ ਵੱਢਣਾ ਪੈ ਗਿਆ। ਬਾਬਾ ਜੋਰਾਵਰ ਸਿੰਘ ਸਾਹਿਬ ਜੀ ਪੌਣੇ 9 ਸਾਲ ਦੇ, ਬਾਬਾ ਫਤਿਹ ਸਿੰਘ ਸਾਹਿਬ ਜੀ ਪੌਣੇ 7 ਸਾਲ ਦੇ। ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨ ਵਾਲਾ ਪਾਪੀ ਜਦੋਂ ਇੰਨਾ ਨਿਰਦਈ ਹੋ ਕੇ ਵਰਤਿਆ ਸੀ, ਉਹ ਸਾਧ ਸੰਗਤ ਜੀ ਕੰਬਣੀ ਛਿੜ ਜਾਂਦੀ ਹੈ ਉਸ ਗੱਲ ਨੂੰ ਜੇ ਯਾਦ ਕਰੀਏ ਦਿਲ ਨਾਲ। ਦੁਸ਼ਮਣ ਦਾ ਬੱਚਾ ਹੋਵੇ ਉਹਦੇ ਤੇ ਵੀ ਏਦਾਂ ਕੋਈ ਜ਼ੁਲਮ ਨਹੀਂ ਕਰਦਾ। ਠੀਕ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਇਹਨਾਂ ਦਾ ਰਾਜਸੀ ਮਸਲਾ ਸੀ, ਜੰਗ ਸੀ, ਇਹ ਮਹਾਰਾਜ ਦੇ ਵਿਰੋਧੀ ਸਨ। ਹਾਲਾਂਕਿ ਮਹਾਰਾਜ ਤਾਂ ਇਹਨਾਂ ਦੇ ਵਿਰੋਧੀ ਕੋਈ ਨਹੀਂ ਸੀ। ਮਹਾਰਾਜ ਨੇ ਤਾਂ ਇਹਨਾਂ ਤੇ ਕੋਈ ਹਮਲਾ ਨਹੀਂ ਕੀਤਾ, ਇਹ ਹੀ ਮਹਾਰਾਜ ਤੇ ਹਮਲੇ ਕਰਦੇ ਸੀ ਨਾ। ਅਨੰਦਪੁਰ ਸਾਹਿਬ ਮਹਾਰਾਜ ਦਾ ਆਪਣੇ ਘਰ ਬਹਿ ਕੇ ਆਪਣੀ ਰੱਖਿਆ ਕਰਨਾ ਹਰ ਇੱਕ ਦਾ ਅਧਿਕਾਰ ਹੈ। ਆਪਣੀ ਰੱਖਿਆ ਕਰ ਰਹੇ, ਆਪਣੇ ਕੋਲ ਸ਼ਸਤਰ ਨੇ, ਕੁਝ ਵੀ, ਆਪਾਂ ਆਪਣੇ ਘਰ 'ਚ ਬੈਠੇ ਆ। ਸਾਡੇ ਤੇ ਕੋਈ ਚੜ ਕੇ ਆਵੇ, ਹਮਲਾ ਕਰੇ, ਉਹਦਾ ਅਸੀਂ ਮੁਕਾਬਲਾ ਕਰੀਏ, ਅਸੀਂ ਆਪਣੀ ਜਗ੍ਹਾ ਠੀਕ ਹਾਂ। ਹਮਲਾ ਕਰਨ ਵਾਲਾ ਗਲਤ ਹੈ। ਗੁਰੂ ਸਾਹਿਬ ਕਿਸੇ ਤੇ ਹਮਲਾ ਕਰਕੇ ਨਹੀਂ ਗਏ, ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਕੀਤਾ। ਇਹਨਾਂ ਨੇ ਗੁਰੂ ਸਾਹਿਬ ਤੇ ਹਮਲੇ ਕੀਤੇ, ਗੁਰੂ ਸਾਹਿਬ ਦੇ ਵਿਰੋਧੀ ਬਣੇ। ਫਿਰ ਜੇ ਇਹਨਾਂ ਦੇ ਬੰਦੇ ਜੰਗ 'ਚ ਮਾਰੇ ਗਏ ਤਾਂ ਕਸੂਰ ਵੀ ਇਹਨਾਂ ਦਾ। ਉਹਦਾ ਬਦਲਾ ਸਾਹਿਬਜ਼ਾਦਿਆਂ ਤੋਂ ਲਿਆ ਵੀ ਮੇਰੇ ਹਜ਼ਾਰਾਂ ਬੰਦੇ ਗੁਰੂ ਨੇ ਮਾਰ ਦਿੱਤੇ ਨੇ, ਮੈਂ ਉਹਦੇ ਬੱਚੇ ਮਾਰ ਕੇ ਬਦਲਾ ਲਵਾਂ। ਹਾਲਾਂਕਿ ਮਲੇਰਕੋਟਲੇ ਵਾਲੇ ਨੇ ਕਿਹਾ ਸੀ, ਉਹ ਕਹਿੰਦਾ ਵਜ਼ੀਰ ਖਾਨ ਮੇਰਾ ਭਰਾ ਮਾਰਿਆ ਗੁਰੂ ਗੋਬਿੰਦ ਸਿੰਘ ਨੇ, ਬਦਲਾ ਲਵਾਂਗਾ ਮੈਂ, ਗੁਰੂ ਗੋਬਿੰਦ ਸਿੰਘ ਕੋਲ ਲਵਾਂਗਾ। ਜੇ ਕਿਤੇ ਜੰਗ ਦੇ ਮੈਦਾਨ 'ਚ ਆਮਣੇ ਸਾਹਮਣੇ ਹੋ ਗਏ, ਮੈਂ ਆਪਣੇ ਭਰਾ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰਾਂਗਾ, ਪਰ ਮੈਂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਉੱਤੇ ਵਾਰ ਕਰਕੇ ਆਪਣੀ ਜ਼ਮੀਰ ਨਹੀਂ ਮਾਰਨੀ ਚਾਹੁੰਦਾ। ਇਹ ਮੇਰੀ ਜ਼ਮੀਰ ਨਹੀਂ ਮੰਨਦੀ। ਇਹ ਬੜਾ ਵੱਡਾ ਪਾਪ ਹੈ, ਇਹ ਬੜਾ ਵੱਡਾ ਅਤਿਆਚਾਰ ਹੈ। ਉਹਦੇ ਸਮਝਾਇਆ ਵੀ ਨਹੀਂ ਸਮਝਿਆ ਸੂਬਾ ਸਰਹੰਦ।
ਅੱਜ ਫਿਰ ਕਰਨੀ ਦਾ ਫਲ ਵੇਖੋ ਖਾਲਸੇ ਨੇ ਕਿਵੇਂ ਭੁਗਤਾਇਆ। ਕਹਿੰਦੇ ਪੁੱਠਾ ਟੰਗ ਕੇ ਥੱਲੇ ਅੱਗ ਬਾਲ ਦਿੱਤੀ ਹੈ ਤੇ ਇਹਦੀ ਮਮਿਆਈ ਚੋ ਚੋ ਕੇ ਵਿੱਚ ਪੈ ਰਹੀ ਅੱਗ ਦੇ। ਕਰ ਕਾਫਰ ਮਾਰਿਓ ਦੁਖਦਾਇਕ, ਤੇ ਤੁਰਕਾਂ ਦੇ ਵਿੱਚ ਸੜ ਕੇ ਮਰਨੇ ਨੂੰ ਨਾਪਾਕ ਹੋ ਕੇ ਮਰਨਾ ਕਹਿੰਦੇ। ਜਿਵੇਂ ਬਾਣੀ ਜਾਂਦਾ ਨਾ, ਸੁਲੀ ਹੋਏ ਬੂਆ ਨਾਪਾਕ। ਮੁਸਲਮਾਨ ਸੜ ਕੇ ਮਰਨ ਨੂੰ ਬੜਾ ਮਾੜਾ ਮੰਨਦੇ। ਉਹ ਕਹਿੰਦੇ ਅੱਲਾ ਦੇ ਦਰਬਾਰ ਵਿੱਚ ਜਦੋਂ ਜਾਣਾ, ਸਾਡੀ ਜਿਹੜੀ ਬਾਡੀ ਹੈ ਉਹ ਸੇਵ ਹੋਣੀ ਚਾਹੀਦੀ ਹੈ। ਸੜ ਜਾਂਦੀ ਹੈ ਤੇ ਅੱਲਾ ਨੂੰ ਫਿਰ ਬਾਡੀ ਲੱਭਣੀ ਪੈਂਦੀ, ਪਾਰਟਸ ਇਕੱਠੇ ਕਰਨੇ ਪੈਂਦੇ, ਉਹਨੂੰ ਗੁੱਸਾ ਚੜਦਾ, ਉਹਨੂੰ ਚਿੜਾਉਂਦੀ। ਇਦਾਂ ਦੀ ਇਹਨਾਂ ਦੀ ਵਿਚਾਰਧਾਰਾ। ਖੈਰ, ਪਰ ਆਪਣੇ ਧਰਮ ਦੇ ਮੁਤਾਬਕ ਤਾਂ ਉਹ ਨਾਪਾਕ ਹੋ ਜਾਂਦੇ ਆ ਜਿਹੜੇ ਸੜ ਕੇ ਮਰਦੇ। ਉਹਨਾਂ ਦੇ ਅਕੀਦੇ ਦੇ ਮੁਤਾਬਕ, ਉਹਨਾਂ ਦੇ ਖਿਆਲਾਂ ਦੇ ਮੁਤਾਬਕ ਨਾਪਾਕ ਹੋ ਕੇ, ਕਾਫਰ ਹੋ ਕੇ ਮਾਰਿਆ ਗਿਆ। ਸਿੰਘਨ ਜੈ ਜੈਕਾਰ ਗਜੈਕਾਰ, ਖਾਲਸੇ ਨੇ ਖੁਸ਼ੀਆਂ ਦੇ ਜਕਾਰੇ ਗਜਾਏ ਨੇ ਤੇ ਜ਼ਾਲਮ ਤੋਂ ਬਦਲਾ ਲਿਆ ਹੈ। ਉਹਨਾਂ ਸੰਬੰਧੀ ਥੇ ਤਿਹ ਜੇਤੇ, ਫਿਰ ਉਹਦੇ ਜਿਹੜੇ ਸੰਬੰਧੀ ਸਨ, ਉਹਦੇ ਰਿਸ਼ਤੇਦਾਰ ਸਨ, ਪਕੜ ਜਕਰ ਲਿਆਏ ਸਿੰਘ ਤੇਤੇ, ਉਹਨਾਂ ਨੂੰ ਵੀ ਫੜ ਕੇ ਲਿਆਂਦਾ ਹੈ। ਉਲਟੇ ਕਰ ਬਿਰਛਨ ਕੇ ਸੰਗਾ, ਉਲਟੇ ਕਰਕੇ ਦਰਖਤਾਂ ਨੂੰ ਟੰਗ ਦਿੱਤੇ ਜਿਹੜੇ ਉਹਦੇ ਖੈਰ ਖਾ ਸਨ। ਬਾਂਧ ਬਾਂਧ ਮਾਰੇ ਦੁਰਟੰਗਾ, ਉਹਨਾਂ ਦੀ ਕਰਨੀ ਦੇ ਮੁਤਾਬਕ ਹੀ ਜਿਹੜੇ ਸਾਹਿਬਜ਼ਾਦੇ ਕਚਹਿਰੀ 'ਚ ਜਦੋਂ ਆਏ ਸੀ ਨਾ, ਤੇ ਇਹ ਦੰਦੀਆਂ ਕੱਢਦੇ ਸੀ, ਹੱਸਦੇ ਸੀਗੇ। ਜਿਹੜੇ ਸੂਬੇ ਦੇ ਰਿਸ਼ਤੇਦਾਰ, ਸੂਬੇ ਦੇ ਚਮਚੇ, ਜਿਹੜੇ ਉਦੋਂ ਕਹਿੰਦੇ ਸੀ ਸਾਹਿਬਜ਼ਾਦੇ ਨੂੰ ਟਿਚਰਾਂ ਕਰਦੇ ਸੀ, ਬੁਲਾਉਂਦੇ ਸੀ, ਤਸੀਹੇ ਦਿੰਦੇ ਸੀ, ਉਹ ਅੱਜ ਸਾਰਿਆਂ ਨੂੰ ਤਸੀਹੇ ਦੇਣ ਵਾਲਿਆਂ ਨੂੰ ਬੰਦੇ ਬਹਾਦਰ ਨੇ ਪੁੱਠੇ ਟੰਗ ਟੰਗ ਕੇ ਮਾਰਿਆ ਹੈ। ਸਿੰਘ ਔਰ ਤੁਰਕ ਹੈ ਗਹ ਲਿਆਵੇ, ਸਿੰਘ ਤੁਰਕਾਂ ਨੂੰ ਫੜ ਫੜ ਕੇ ਲਿਆਈ ਜਾਂਦੇ ਆ ਜਿਹੜੇ ਲੁਕੇ ਹੋਏ ਨੇ ਭੌਰਿਆਂ ਵਿੱਚ। ਕੁਛ ਛੋਟਾ ਬਹੁਤੇ ਕਤਲਾਵੇ, ਜਿਹੜੇ ਬੇਗੁਨਾਹ ਉਹਨਾਂ ਨੂੰ ਛੱਡ ਦਿੰਦੇ, ਜਿਹੜੇ ਗੁਨਾਹਗਾਰ ਨੂੰ ਕਤਲ ਕਰ ਦਿੰਦੇ। ਕਿਉਂ? ਬੇਗੁਨਾਹ ਨੂੰ ਖਾਲਸਾ ਨਹੀਂ ਮਾਰਦਾ। ਜਿਹਦਾ ਕੋਈ ਕਸੂਰ ਨਹੀਂ, ਉਹ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਕੋਈ ਉਹਨੂੰ ਨਹੀਂ ਮਾਰਦਾ। ਤੇ ਕਸੂਰਵਾਰ ਛੱਡਣਾ ਕੋਈ ਨਹੀਂ। ਫਿਰ ਜਿਹੜੇ ਕਸੂਰਵਾਰ ਸਨ ਉਹ ਸਾਰੇ ਝਟਕ ਦਿੱਤੇ ਤੇਗਾਂ ਦੇ ਨਾਲ। ਕੋਠਿਓ ਮੈਂ ਹੀ ਬਹੁ ਮਰ ਗਏ, ਕਈ ਤਾਂ ਉਹਨਾਂ ਦੇ ਕੋਠਿਆਂ ਦੇ ਅੰਦਰ ਹੀ ਮਰ ਗਏ, ਡਰ ਦੇ ਨਾਲ ਹੀ ਮਰ ਗਏ। ਕਈਆਂ ਦਾ ਤਾਂ ਡਰ ਕੇ ਹੀ ਹਾਰਟ ਫੇਲ ਹੋ ਗਿਆ ਵੀ ਸਿੰਘ ਆ ਗਏ। ਤੇ ਕਈ ਸਿੰਘਾਂ ਦੇ ਹੱਥੋਂ ਉੱਥੇ ਹੀ ਮੁਕਾਬਲਾ ਕਰਕੇ ਮਾਰੇ ਗਏ। ਅਰਧ ਮਰੇ ਸੇ ਬਾਕੀ ਪਏ, ਕਹਿੰਦੇ ਜਿਹੜੇ ਅੱਧੇ ਕੁ ਮਾਰੇ ਗਏ ਤੇ ਅੱਧੇ ਕੁ ਰਹਿ ਗਏ ਸਰਹੰਦ ਵਿੱਚ ਮੁਸਲਮਾਨ। ਜੈਸੇ ਕਾਮ ਉਨੋ ਥੇ ਕੀਨੇ, ਕਵੀ ਜੀ ਕਹਿੰਦੇ ਜਿਹੋ ਜਿਹੇ ਉਹਨਾਂ ਨੇ ਕੰਮ ਕੀਤੇ ਸੀ, ਜਿਹੋ ਜਿਹੇ ਬੀਜ ਬੀਜੇ ਸੀ, ਜਿਹੋ ਜਿਹੀਆਂ ਕਰਤੂਤਾਂ ਕੀਤੀਆਂ ਸਨ, ਤੈਸੇ ਬਦਲੇ ਬੰਦੇ ਲੀਨੇ। ਬਾਬੇ ਬੰਦੇ ਬਹਾਦਰ ਨੇ ਉਹ ਬਦਲੇ ਲੈ ਲਏ ਗਿਣ ਗਿਣ ਕੇ। ਬਾਲ ਬ੍ਰਿਧ ਨਹਿ ਤਰਨਤ ਜਾਏ, ਕਹਿੰਦੇ ਜਿਹੜਾ ਅੜਿਆ ਖਾਲਸੇ ਦੇ ਸਾਹਮਣੇ ਝੜਿਆ, ਜਿਹੜਾ ਸ਼ਰਨ ਪਰਿਆ ਸੋ ਤਰਿਆ। ਸੋ ਜਿਹੜੇ ਵੀ ਆਕੜੇ ਸਨ ਨਾ ਉਹ ਛੱਡੇ ਨਹੀਂ। ਫੜ ਫੜ ਬੰਦੇ ਕਤਲ ਕਰਾਏ, ਫੜ ਫੜ ਕੇ ਬੰਦੇ ਬਹਾਦਰ ਨੇ ਕਤਲ ਕਰਵਾ ਦਿੱਤੇ। ਗੁਨਾ ਸਜਾਦਾ ਆਨੰਦ ਦੀਵਾਨੂ, ਫਿਰ ਸਾਧ ਸੰਗਤ ਜੀ ਜਿਹੜਾ ਸੱਚਾ ਆਨੰਦ ਦੀਵਾਨ ਸੀ, ਉਤੋਂ ਵਜੀਦੇ ਕੋ ਅਗਵਾਨੂ, ਇਹ ਵਜ਼ੀਰ ਖਾਨ ਦਾ ਖਾਸ ਬੰਦਾ ਚਮਚਾ ਸੀ, ਜਿਹਨੇ ਸਾਹਿਬਜ਼ਾਦਿਆਂ ਨੂੰ ਕਿਹਾ ਸੀ ਜੇ ਤੁਹਾਨੂੰ ਛੱਡ ਦਈਏ ਫਿਰ ਕੀ ਕਰੋਗੇ। ਸੂਬਾ ਤੇ ਛੱਡਣ ਨੂੰ ਕਹਿੰਦੇ ਰਾਜੀ ਹੋ ਗਿਆ ਸੀ। ਇਹਨੇ ਭਾਨੀ ਮਾਰੀ ਸੀ, ਸੂਬੇ ਦੇ ਸਾਹਮਣੇ ਪੁੱਛਿਆ ਸੀ ਬੱਚਿਓ ਤੁਹਾਨੂੰ ਛੱਡ ਦਈਏ ਕੀ ਕਰੋਗੇ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਬੋਲੇ, ਕਹਿੰਦੇ ਜਾਵਾਂਗੇ ਜੰਗਲਾਂ 'ਚ, ਸਾਡੀ ਫੌਜ ਖਿੰਡੀ ਹੋਈ ਹੈ, ਖਾਲਸਾ ਇਕੱਠਾ ਕਰਾਂਗੇ, ਫਿਰ ਆਵਾਂਗੇ ਤੁਹਾਡੇ ਨਾਲ ਜੰਗ ਕਰਾਂਗੇ, ਤੁਹਾਡਾ ਰਾਜ ਭਾਗ ਨਸ਼ਟ ਕਰਾਂਗੇ। ਕਹਿੰਦੇ ਜੇ ਫਿਰ ਵੀ ਤੁਸੀਂ ਫੜੇ ਗਏ ਤੇ ਸੂਬੇ ਨੇ ਫਿਰ ਤੁਹਾਨੂੰ ਛੱਡ ਦਿੱਤਾ ਫਿਰ ਕੀ ਕਰੋਗੇ। ਕਹਿੰਦੇ ਫਿਰ ਫੌਜਾਂ ਲੈ ਕੇ ਆਵਾਂਗੇ, ਫਿਰ ਲੜਾਂਗੇ। ਉਹਨਾਂ ਚਿਰ ਲੜਦੇ ਹੀ ਰਹਾਂਗੇ ਜਿੰਨਾ ਚਿਰ ਤੁਹਾਡਾ ਜ਼ੁਲਮ ਰਾਜ ਖਤਮ ਨਹੀਂ ਹੋ ਜਾਂਦਾ, ਜਿੰਨਾ ਚਿਰ ਖਾਲਸੇ ਦਾ ਰਾਜ ਕਾਇਮ ਨਹੀਂ ਹੋ ਜਾਂਦਾ। ਲੜਦੇ ਰਹਾਂਗੇ, ਜੰਮ ਕੇ ਲੜਾਂਗੇ। ਤੇ ਇਹ ਸੁੱਚਾ ਆਨੰਦ ਕਹਿਣ ਲੱਗਾ ਸੀ ਦੇਖੋ ਖਾਨ ਸਾਹਿਬ, ਤੁਸੀਂ ਤੇ ਇਹਨਾਂ ਨੂੰ ਛੱਡਣਾ ਚਾਹੁੰਦੇ ਹੋ, ਇਹ ਉਸ ਨਾਗ ਦੇ ਬੱਚੇ ਨੇ ਜਿਹਨੇ 30 ਸਾਲ ਹੋ ਗਏ ਨੇ ਸਰਕਾਰ ਨੂੰ ਸੁੱਖ ਦੀ ਨੀਂਦ ਨਹੀਂ ਸੌਣ ਦਿੱਤਾ। ਤੇ ਫਿਰ ਸਾਧ ਸੰਗਤ ਜੀ ਸੂਬੇ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨ ਦਾ ਹੁਕਮ ਦਿੱਤਾ ਸੀ। ਸੋ ਉਹ ਸੁੱਚਾ ਆਨੰਦ ਖਾਲਸੇ ਦੇ ਕਾਬੂ ਆ ਗਿਆ। ਕਹਿਤ ਜਾਹੇ ਸਿੱਖ ਝੂਠਾ ਨੰਦੂ, ਉਹ ਆਪਣੇ ਆਪ ਨੂੰ ਤੇ ਉਹਨੇ ਨਾਂ ਸੁੱਚਾ ਆਨੰਦ ਰਖਾਇਆ ਸੀ, ਪਰ ਪੰਥ ਨੂੰ ਝੂਠਾ ਆਨੰਦ ਹੀ ਕਹਿੰਦਾ ਹੈ। ਉਤੋਂ ਮਹਾਪਾਪੀ ਮਤ ਮੰਦੂ,
ਉਹ ਸਾਰੀ ਦੁਨੀਆ ਦੀ ਝੂਠ ਸੀਗੀ, ਬੜਾ ਪਾਪੀ ਨੀਚ ਬੰਦਾ ਸੀ, ਆਪਣੇ ਧਰਮ ਦਾ ਹੀ ਵੈਰੀ ਸੀ। ਗੁਰ ਸੁਤ ਥੇ ਉਸਨੇ ਮਰਵਾਏ, ਗੁਰੂ ਕੇ ਸਾਹਿਬਜ਼ਾਦੇ ਉਹਨੇ ਸ਼ਹੀਦ ਕਰਵਾਏ ਸਨ। ਖਾਨ ਬਜੀਦੇ ਕੋ ਸਿਖਰਾਏ, ਉਹਨੇ ਸੂਬੇ ਨੂੰ ਇਹੋ ਜੀ ਪੱਟੀ ਪੜਾਈ ਸੀ, ਕਹਿੰਦਾ ਇਹਨਾਂ ਨੂੰ ਨਾ ਛੱਡੋ, ਇਹ ਵੱਡੇ ਹੋ ਕੇ ਆਪਣੇ ਪਿਓ ਤੋਂ ਵੀ ਵੱਧ ਖਤਰਨਾਕ ਹੋਣਗੇ। ਤਾਂ ਕੋ ਪਕੜਿਓ ਕਰਤਾ ਜਾਏ, ਉਹ ਝੂਠਾ ਆਨੰਦ ਖਾਲਸੇ ਦੇ ਕਾਬੂ ਆ ਗਿਆ, ਉਹਦੇ ਘਰ ਜਾ ਕੇ ਸਿੰਘਾਂ ਨੇ ਉਹਨੂੰ ਫੜ ਲਿਆ। ਲੈ ਮੁਸ਼ਕਾ ਬੰਦੇ ਟਿਕ ਲਿਆਏ, ਉਹਦੀਆਂ ਮੁਸ਼ਕਾਂ ਬੰਨ ਕੇ ਉਹਨੂੰ ਬਾਬਾ ਜੀ ਦੇ ਸਾਹਮਣੇ ਪੇਸ਼ ਕੀਤਾ। ਦੋਹਰਾ ਬੰਦੇ ਨ ਤਬ ਨੰਦ ਕੋ, ਕਹਿੰਦੇ ਬਾਬੇ ਬੰਦੇ ਬਹਾਦਰ ਨੇ ਝੂਠੇ ਨੰਦ ਨੂੰ ਕਰਵਾਈ ਬਹੁ ਮਾਰ, ਬਹੁਤ ਕੁਟਾਪਾ ਚੜਿਆ, ਬੜਾ ਪਟਾ ਫੇਰਿਆ। ਪਾਈ ਨਾਕ ਨਕੇਲ ਪੁਨ, ਉਹਦੀ ਨੱਕ ਪਾੜ ਕੇ ਨਕੇਲ ਪਾ ਲਈ ਨੱਕ ਦੇ ਵਿੱਚ। ਤਾਹੇ ਨਾਕ ਕੋ ਫਾਰ, ਉਹਦੀ ਨੱਕ ਪਾੜ ਕੇ ਨਕੇਲ ਪਾ ਕੇ ਉਹਨੂੰ ਸਰਹੰਦ ਦੇ ਬਾਜ਼ਾਰਾਂ 'ਚ ਘੁਮਾਇਆ ਹੈ। ਚੌਪਈ ਹੱਥ ਜਲਾਦਨ ਕੇ ਪਕੜਾਇਓ, ਤੇ ਜਲਾਦਾਂ ਨੂੰ ਉਹਦੀ ਨਕੇਲ ਵਾਲੀ ਰੱਸੀ ਫੜਾ ਦਿੱਤੀ ਵੀ ਇਹਨੂੰ ਨੱਕ ਤੋਂ ਘੜੀਸ ਘੜੀਸ ਕੇ ਸ਼ਹਿਰਾਂ 'ਚ ਘੁਮਾਓ। ਘਰ ਘਰ ਵਿੱਚ ਸਰੰਦ ਫਿਰਾਇਓ, ਤੇ ਘਰ ਘਰ ਘੁਮਾਣਾ ਇਹਨੂੰ, ਹਰ ਇੱਕ ਘਰ 'ਚ ਭੀਖ ਮੰਗਾਣੀ ਹੈ, ਹਰ ਘਰ ਦੇ ਅੱਗੇ ਇਹਨੂੰ ਵਿਖਾਣਾ ਜਾ ਕੇ। ਚਣੇ ਛਟਾਕ ਲੂਣ ਸਮ ਪਿਲਹੀ, ਕਹਿੰਦੇ ਇੱਕ ਛਟਾਂਕ ਛੋਲਿਆਂ ਦੀ ਤੇ ਨਾਲ ਲੂਣ ਬਰਾਬਰ ਪਾ ਕੇ ਖਾਣਾ ਇਹੋ ਤਾਹੇ ਨਿਤ ਮਿਲਹੀ, ਇਹਨੂੰ ਰੋਜ਼ ਇੰਨਾ ਖਾਣਾ ਦੇਣਾ, ਇੱਕ ਛੋਲਿਆਂ ਦੀ ਮੁੱਠੀ ਤੇ ਵਿੱਚ ਲੂਣ ਪਾ ਕੇ ਇਹਨੂੰ ਜਿੰਦੇ ਰੱਖਣਾ ਥੋੜੇ ਦਿਨ। ਮਰਿਓ ਦੁਸ਼ਟ ਦੁੱਖ ਪਾਏ ਅਪਾਰੀ, ਤੇ ਲੋਕਾਂ ਦੇ ਬੂਹਿਆਂ ਤੇ ਭਟਕ ਭਟਕ ਕੇ ਜੁੱਤੀਆਂ ਖਾ ਖਾ ਕੇ, ਸਿੰਘਾਂ ਤੋਂ ਧੱਕੇ ਖਾ ਖਾ ਕੇ ਪਾਪੀ ਝੂਠਾ ਆਨੰਦ ਮਰ ਗਿਆ। ਜਾਇਦਾਦ ਜਪਦੀ ਤਿਹ ਸਾਰੀ, ਉਹਦੀ ਸਾਰੀ ਜਾਇਦਾਦ ਖਾਲਸੇ ਨੇ ਜ਼ਬਤ ਕਰ ਲਈ। ਪੁੱਤਰ ਪੋਤਰੇ ਥੇ ਤਿਹ ਜੇਤੇ, ਉਹਦੇ ਜਿਹੜੇ ਪੁੱਤਰ ਪੋਤਰੇ ਸਨ ਬੰਦੇ ਕਤਲ ਕਰਾਏ ਤੇਤੇ, ਸਭ ਦੇਖ ਦੀ ਧਾਰ ਪਾਰ ਲੰਘਾ ਦਿੱਤੇ ਹਨ। ਇਸ ਕੀ ਅੰਸ਼ ਰਹਿਨ ਨਹਦੀਨੀ, ਉਹਦੀ ਅੰਸ ਬੰਸੀ ਨਹੀਂ ਛੱਡੀ, ਜਿਉਂਦਾ ਹੀ ਨਹੀਂ ਛੱਡਿਆ। ਪਾਈ ਸਜਾ ਜੈਸ ਤਿਹ ਕੀਨੀ, ਜੈਸੀ ਉਹਨੇ ਕਰਨੀ ਕੀਤੀ ਵੈਸੇ ਭਰਨੀ ਪਾ ਲਈ। ਗਾਰਤ ਲੂਟ ਕਰਾਏ ਸਰੰਦਾ, ਇਹਦਾ ਸਰਹੰਦ ਸ਼ਹਿਰ ਲੁੱਟ ਕੇ ਦੀਨੋ ਅਮਨ ਚੈਨ ਫਿਰ ਬੰਦਾ। ਬਾਬੇ ਬੰਦੇ ਭਾਰਤ ਨੇ ਅਮਨ ਚੈਨ ਦਾ ਰਾਜ ਕਾਇਮ ਕੀਤਾ ਸੀ। ਜੋ ਆਪਾਂ ਖਾਲਸੇ ਦੇ ਰਾਜ ਦਾ ਦਿਹਾੜਾ ਮਨਾ ਰਹੇ ਹਾਂ, ਇਹ ਪਹਿਲਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਰਾਜ ਕਾਇਮ ਕੀਤਾ। ਉਸ ਤੋਂ ਬਾਅਦ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਉਹਨਾਂ ਨੇ ਦਿੱਲੀ ਤਖਤ ਦੇ ਉੱਤੇ ਸਾਧ ਸੰਗਤ ਜੀ ਸਨ 1783 ਦੇ ਵਿੱਚ ਜਦੋਂ ਦਿੱਲੀ ਦਾ ਤਖਤ ਢਿੱਲਾ ਪੈ ਗਿਆ ਤੇ ਉੱਥੇ ਜਲਾਲਾਬਾਦ ਲਾਹੌਰ ਇੱਕ ਸ਼ਹਿਰ ਹੈ ਲਾਗੇ ਦਿੱਲੀ ਦੇ, ਛੋਟਾ ਜਿਹਾ ਕੋਈ ਇਲਾਕਾ ਹੈ ਜਲਾਲਾਬਾਦ ਲੁਹਾਰੀ ਕਹਿੰਦੇ। ਉਥੋਂ ਦਾ ਬਾਹਮਣ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਇਆ, ਕਹਿਣ ਲੱਗਾ ਮੇਰੀ ਬਾਹਮਣੀ ਮੇਰੀ ਇਸਤਰੀ ਜਾਂ ਮੇਰੀ ਲੜਕੀ ਉਹ ਤੁਰਕਾਂ ਨੇ ਚੁੱਕ ਲਈ ਹੈ ਤੇ ਉਹ ਜ਼ਬਰਦਸਤੀ ਘਰ ਪਾਉਣਾ ਚਾਹੁੰਦੇ ਆ ਤੇ ਸਰਕਾਰ ਮੇਰੀ ਸੁਣਦੀ ਨਹੀਂ। ਉਦੋਂ ਫਿਰ ਬਾਬਾ ਬਘੇਲ ਸਿੰਘ ਜੀ ਤੇ ਬਹੁਤ ਸਾਰੀਆਂ ਮਿਸਲਾਂ ਖਾਲਸੇ ਦੀਆਂ 40,000 ਸਿੰਘ ਇਹ ਦਿੱਲੀ ਨੂੰ ਤੁਰਿਆ ਸੀ ਤੇ ਉੱਥੇ ਜਾ ਕੇ ਫਿਰ ਲਾਲ ਕਿਲੇ ਤੇ ਨਿਸ਼ਾਨ ਚੜਾਇਆ ਸੀ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸੁਲਤਾਨੁਲ ਕੌਮ ਜੋ ਬੁੱਢੇ ਦਲ ਦੇ ਚੌਥੇ ਜਥੇਦਾਰ ਸਨ। ਆਪ ਜੀ ਨੂੰ ਬਾਬਾ ਨਵਾਬ ਕਪੂਰ ਸਿੰਘ ਸਾਹਿਬ ਜੀ ਜਥੇਦਾਰ ਸਾਹਿਬ ਨੇ ਵਰ ਦਿੱਤਾ ਸੀ। ਜਦੋਂ ਕਹਿੰਦੇ 16 ਸਾਲ ਦੇ ਮਾਤਾ ਜੀ ਸੁੰਦਰੀ ਜੀ ਕੋਲੋਂ ਦਿੱਲੀ ਤੋਂ ਵਿਦਿਆ ਪੜ੍ਹ ਕੇ ਖਾਲਸੇ 'ਚ ਆਏ ਤੇ ਬੁੱਢੇ ਦਲ ਦੇ ਵਿੱਚ ਦਾਣਾ ਵੰਡਣ ਦੀ ਸੇਵਾ ਲੱਗੀ ਸੀ ਇਹਨਾਂ ਦੀ। ਖਾਲਸੇ ਦੇ ਘੋੜਿਆਂ ਨੂੰ ਦਾਣਾ ਵੰਡਦੇ ਸੀ ਤੇ ਜਥੇਦਾਰ ਸਾਹਿਬ ਦੇ ਕੋਲ ਦਾਣਾ ਵੰਡਦੇ ਤੇ ਬੋਲੀ ਬੋਲਦੇ ਸੀਗੇ ਦਿੱਲੀ ਦੀ, ਹਮਕੋ ਤੁਮਕੋ ਹਮਕੋ ਤੁਮਕੋ। ਉੱਧਰ ਪੜ੍ਹੇ ਜੋ ਸਨ ਉੱਥੇ ਰਹੇ ਸਨ ਤੇ ਸਿੰਘ ਮਾਝੇ ਦੇ ਉਹਨਾਂ ਨੇ ਅੱਲ ਪਵਾ ਲਈ, ਹਮਕੀ ਤੁਮਕੀ ਕਹਿਣ ਲੱਗ ਪਏ। ਇੱਕ ਦਿਨ ਜਥੇਦਾਰ ਸਾਹਿਬ ਨੂੰ ਕਹਿੰਦੇ ਨਵਾਬ ਕਪੂਰ ਸਿੰਘ ਨੂੰ, ਕਹਿੰਦੇ ਹਮ ਤੇ ਦਾਣਾ ਵੰਡਤ ਨਹੀਂ, ਮੇਰੇ ਕੋਲ ਦਾਣਾ ਨਹੀਂ ਵੰਡਿਆ ਜਾਂਦਾ। ਕਹਿੰਦੇ ਪੁੱਤਰ ਕੀ ਗੱਲ? ਕਹਿੰਦੇ ਮੈਨੂੰ ਹਮਕੀ ਤੁਮਕੀ ਕਹਿ ਕੇ ਛੇੜਦੇ। ਰੋਣ ਹਾਕਾ ਜਾ ਹੋ ਕੇ ਜਦੋਂ ਜੱਸਾ ਸਿੰਘ ਬੋਲ ਰਿਹਾ ਸੀ ਤੇ ਬਾਬਾ ਨਵਾਬ ਕਪੂਰ ਸਿੰਘ ਸਾਹਿਬ ਜੀ ਹੱਸ ਰਹੇ ਸੀ। ਕਹਿਣ ਲੱਗੇ ਭਜੰਗੀਆ, ਮੈਂ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਦਾ ਸੀ, ਮੈਨੂੰ ਨਵਾਬ ਬਣਾਤਾ ਇਹਨਾਂ ਨੇ, ਤੂੰ ਤੇ ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾਉਣਾ, ਤੈਨੂੰ ਪਾਤਸ਼ਾਹ ਬਣਾ ਦੇਣਗੇ। ਉਹ ਜਿਹਨਾਂ ਸਿੰਘਾਂ ਨੇ ਬਚਨ ਸੁਣੇ ਸੀ ਨਾ ਉਸ ਵੇਲੇ
40 ਸਾਲ ਤੱਕ ਉਹ ਸਿੰਘ 50 ਸਾਲ ਤੱਕ ਉਡੀਕਦੇ ਰਹੇ। ਇੱਕ ਦਿਨ ਆਵੇ ਜਿਸ ਦਿਨ ਅਸੀਂ ਇਹਨੂੰ ਦਿੱਲੀ ਦੇ ਤਖਤ ਤੇ ਬਿਠਾ ਕੇ ਬਾਦਸ਼ਾਹ ਬਣਾ ਕੇ ਵੇਖੀਏ, ਨਵਾਬ ਕਪੂਰ ਸਿੰਘ ਦੇ ਬਚਨ ਪੂਰੇ ਹੋਣ। ਸੋ ਖਾਲਸਾ ਜੀ ਉਹ ਵੀ ਖਾਲਸੇ ਦਾ ਜਾਹੋ ਜਲਾਲ ਸੀ। ਜਦੋਂ ਦਿੱਲੀ ਦੇ ਤਖਤ ਤੇ ਸਿੰਘਾਂ ਦਾ ਨਿਸ਼ਾਨ ਝੂਲ ਗਿਆ, ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ, ਛਤਰ ਝੁਲੇਗੇ ਸੀਸ ਪਰ ਬੜੀ ਕਰੇਗੀ ਮੌਜ। ਮਿਸਲਾਂ ਨੇ ਭੰਗੀਆਂ ਨੇ ਸਭ ਤੋਂ ਪਹਿਲਾਂ ਲਾਹੌਰ ਮੱਲਿਆ, ਗੁਜਰਾਤ ਮੱਲਿਆ, ਗੁਜਰਾਂਵਾਲਾ ਸੁਕਰ ਚੱਕੀਆਂ ਨੇ, ਬਟਾਲਾ ਕਨਈਆਂ ਨੇ ਤੇ ਹਾਂਸੀ ਹਿਸਾਰ ਰਾਮਗੜੀਆਂ ਨੇ, ਅੰਬਾਲਾ ਨਿਸ਼ਾਨਾ ਵਾਲੀ ਮਿਸਲ ਨੇ। ਸਾਰਾ ਉੱਤਰੀ ਭਾਰਤ ਖਾਲਸੇ ਦੀਆਂ ਮਿਸਲਾਂ ਨੇ ਕਬਜ਼ੇ ਕੀਤਾ। ਉਹ ਖਾਲਸੇ ਦਾ ਰਾਜ ਸੀ। ਫਿਰ ਜਦੋਂ ਮਿਸਲਾਂ ਦਾ ਸਿਸਟਮ ਆਪਸ ਵਿੱਚ ਖਰਾਬ ਹੋਣ ਲੱਗਾ ਤਾਂ ਉਸ ਵੇਲੇ ਅਕਾਲੀ ਫੂਲਾ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ ਬੇਦੀ, ਬਾਬਾ ਨੈਣਾ ਸਿੰਘ ਜੀ ਅਕਾਲੀ, ਸਾਰੇ ਸਿਆਣੇ ਸਿੰਘਾਂ ਨੇ ਇਸ ਭੁਜੰਗੀ ਨੂੰ, ਜਿਹਦਾ ਨਾਮ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਇਹਨੂੰ ਥਾਪੜਾ ਦੇ ਕੇ ਇੱਕ ਸਾਂਝਾ ਰਾਜ ਕਾਇਮ ਕੀਤਾ ਸੀ, ਜਿਸ ਨੂੰ ਖਾਲਸਾ ਰਾਜ ਕਹਿੰਦੇ ਆ, ਖਾਲਸਾ ਸਰਕਾਰ ਕਹਿੰਦੇ ਆ। ਇੱਕ ਬੜੀ ਵੱਡੀ ਸ਼ਾਨ ਸੀ ਹਿੰਦੁਸਤਾਨ ਤੋਂ ਲੈ ਕੇ ਫਰਾਂਸ ਤੱਕ। ਅੱਜ ਤੱਕ ਰਿਕਾਰਡ ਪਏ ਨੇ, ਯੂਰਪ ਦੀਆਂ ਸਰਕਾਰਾਂ ਦੀ ਚਿੱਠੀਆਂ ਪਈਆਂ ਨੇ। ਉਹ ਐਡਾ ਵੱਡਾ ਰਾਜ ਸੀ ਵੀ ਅਮਰੀਕਾ ਦੇ ਜਨਰਲ ਐਲਾਰਡ ਤੇ ਫਰਾਂਸ ਦਾ ਜਨਰਲ ਵੈਂਟੂਰਾ ਨੌਕਰੀਆਂ ਕਰਨ ਖਾਲਸੇ ਕੋਲ ਗਏ ਸਨ। ਉਹ ਰਾਜ ਸੀ ਖਾਲਸੇ ਦਾ। ਉਹਦੀ ਵੀ ਆਪਾਂ ਕੁਝ ਕਥਾ ਵਿਚਾਰ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ। ਕਲਗੀਧਰ ਪਾਤਸ਼ਾਹ ਦਾ ਜੋ ਮਿਸ਼ਨ ਹੈ ਉਹ ਹੈ ਸੰਸਾਰ 'ਚ ਸੁੱਖ ਸ਼ਾਂਤੀ। ਜੇ ਅੱਜ ਖਾਲਸੇ ਰਾਜ ਦੀ ਗੱਲ ਹੁੰਦੀ ਹੈ ਤੇ ਕਈ ਲੋਕਾਂ ਨੂੰ ਐਵੇਂ ਹੀ ਦੁੱਖ ਤਕਲੀਫ ਹੁੰਦਾ ਹੈ ਵੀ ਪਤਾ ਨਹੀਂ ਸਿੰਘ ਕੀ ਕਰਨਗੇ। ਜਿਹੜਾ ਮਹਾਰਾਜ ਨੇ ਬਚਨ ਕਿਹਾ ਨਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਉਹ ਆਕੀ ਨੂੰ ਕਈ ਵਾਰੀ ਬਾਕੀ ਸਮਝ ਲੈਂਦੇ। ਉਹ ਕਹਿੰਦੇ ਸਿੱਖ ਰਾਜ ਕਰਨਗੇ, ਬਾਕੀਆਂ ਨੂੰ ਮਾਰ ਦੇਣਗੇ। ਨਹੀਂ ਸਾਧ ਸੰਗਤ ਜੀ, ਬਾਕੀ ਨਹੀਂ, ਆਕੀ। ਆਕੀ ਕਿਹੜਾ ਆਕੜੇਗਾ, ਜਿਹੜਾ ਪੰਥ ਦੇ ਨਾਲ, ਧਰਮ ਦੇ ਨਾਲ, ਇਨਸਾਨੀਅਤ ਦੇ ਨਾਲ, ਸਮਾਜ ਦੇ ਨਾਲ ਕੋਈ ਗਲਤ ਕੰਮ ਕਰੇਗਾ, ਉਹ ਆਕੀ ਹੈ। ਉਹਨੂੰ ਨਹੀਂ ਛੱਡਾਂਗੇ। ਇਹ ਮਹਾਰਾਜ 10ਵੇਂ ਪਾਤਸ਼ਾਹ ਦਾ ਬਚਨ। ਬਾਕੀ ਹਿੰਦੂ, ਮੁਸਲਮਾਨ, ਈਸਾਈ, ਜੈਨੀ, ਬੋਧੀ, ਜਿੰਨੀ ਦੁਨੀਆ ਹੈ ਸਾਰੀ ਸ੍ਰਿਸ਼ਟੀ ਸੁਖੀ ਵਸੇਗੀ। ਮਹਾਰਾਜ ਦਾ ਬਚਨ ਹੈ, ਸਕਲ ਜਗਤ ਪਰਜਾ ਸੁਖੀ ਹੋਏ ਵਿਰਾਜਾ। ਉਗਰਦੰਤੀ ਬਾਣੀ 10ਵੇਂ ਪਾਤਸ਼ਾਹ ਨੇ ਲਿਖੀ, ਪਟਨੇ ਸਾਹਿਬ ਵਾਲੇ ਸਰੂਪ ਦੀ ਦਰਜ ਹੈ। ਉਹਦੇ 'ਚ ਬਚਨ ਲਿਖੇ ਨੇ, ਮਹਾਰਾਜ ਕਹਿੰਦੇ ਸਗਲ ਜਗਤ ਮੇਂ ਖਾਲਸਾ ਪੰਥ ਗਾਜੈ। ਸਾਰੀ ਸ੍ਰਿਸ਼ਟੀ 'ਚ ਖਾਲਸਾ ਪੰਥ ਹੋਏਗਾ। ਅੱਜ ਦੇਖੋ ਕਿੱਥੇ ਨਿਊਜ਼ੀਲੈਂਡ ਵੱਲੋਂ ਸੂਰਜ ਚੜ੍ਹਦਾ ਤੇ ਅਮਰੀਕਾ ਵੱਲ ਆ ਕੇ ਛਪਦਾ। ਈਸਟ ਤੋਂ ਵੈਸਟ ਤੱਕ ਨਿਸ਼ਾਨ ਸਾਹਿਬ ਗੁਰੂ ਦੇ ਝੂਲ ਰਹੇ ਨੇ, ਲੰਗਰ ਚੱਲ ਰਹੇ ਨੇ, ਥਾਂ ਥਾਂ ਤੇ ਤੁਹਾਡੇ ਖਾਲਸੇ ਦੇ ਦਰਸ਼ਨ ਹੋ ਰਹੇ ਨੇ। ਗੁਰੂਆਂ ਦੇ ਬਚਨ ਹੀ ਪੂਰੇ ਹੋ ਰਹੇ। ਤੋ ਸਾਧ ਸੰਗਤ ਜੀ, ਗਲਤ ਵਿਚਾਰ ਜਿਹੜਾ ਕਰਕੇ ਪੰਥ ਨੂੰ ਬਦਨਾਮ ਕੀਤਾ ਜਾਂਦਾ। ਪੰਥ ਤਾਂ ਸਾਰੀ ਦੁਨੀਆ ਦਾ ਭਲਾ ਮੰਗਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸੋ ਇਹ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣ ਨਾਮ